प्यार जिन्नियां अरदासां मेरे लिए होइयां मैं उन्होंने देन नहीं दे सकता। उन्होंने अरदासां सदके ही उस प्यार सदके ही मैं बाहर निकलिया। हजे उम्मीद नहीं सी भी आप बाहर आ जाएंगे जी इन्नी छेती। लेकिन जी लगातार ही मीडिया ने बहुत वधिया रोल अदा किया तुहाडे वास्ते, हमेशा आवाज़ चुकते रहे ने। प्रैस का कितना कुछ तुसीं वड्डा योगदान समझते हो कि तुहानूं रिहा कराउण वास्ते कितना वड्डा तुसीं योगदान समझदे हो? देखो नैशनल मीडिया का तो आपां नूं सारिआं नूं पता, पर जो पंजाब मीडिया ने किया या तुसीं सारिआं ने किया, मैं दिलों धन्नवादी हाँ, क्योंकि तुसीं सच नूं और निरपक्ष हो के सच नूं दिखाया। ये बड़ा औखा हुंदा अज दी जमाने च जिथे सरकारां इन्ना दबाव पा दिंदियां ना। तुसीं देखो भी एक रिपोर्ट आई सी हुणे जिथे इंडिया दे जर्नलिज्म नूं टारगेट करके 140वीं पोजीशन ते लै गए 180 कंट्रियां चों, है ना। ते जर्नलिज्म इन्ने क प्रैशर अंडर आ, पर पंजाब दे मीडिया ने मैनूं लगदा उही जो साडे गुरुआं ने सानूं सिखाया ना भी निरपक्ष रह के जरवाणे दी भखिया ते निमाणे दी रखिया। तुसीं एक्चुअली साडे निमाणिਆਂ ਦੀ ਰੱਖਿਆ ਕੀਤੀ ਆ। बहुत बहुत धन्यवाद। लेकिन क्या लगता है ਕੀ ਲੱਗਦਾ ਤੁਹਾਨੂੰ ਕਿ ਕੇਸਰੀ ਨਿਸ਼ਾਨ ਸਾਹਿਬ ਚੜਾਉਣਾ ਇੱਕ ਬਹੁਤ ਵੱਡਾ ਗੁਨਾਹ ਸੀਗਾ? ਤੁਹਾਨੂੰ ਲੱਗਦਾ ਹੈ ਕਿ नहीं कोई गुनाह नहीं है भाई। पता क्यों मैं तुहानूं दसां, ਜਿਹੜੀ किसान एजिटेशन या अपना अंदोलन आ मोर्चा वो निशान साहब दे हेठां किसानी झंडे दे हेठां ते तिरंगे दे हेठां लड़िया जा रहा। वो तिन्ने झंडे उत्थे मौजूद सी, तिन्ने झंडे साडे तंबूआं ते लगे आ, तिन्ने झंडे उत्थे भी मौजूद आ, पर उहनूं किवें प्रेजेंट किया गया है ना। आपां हमेशा कहते रहे पीसफुल रहो, पीसफुल प्रोटेस्ट आ, जाबते च रहो। आपां हिंसा कदे भड़काई नहीं। मेरे तो लाल किले दे अंदर बोल सी भी असीं हिंसक नहीं आ, हिंसा साडे मनां च हो ही नहीं सकती। पर ਤੁਹਾਨੂੰ पता एक बंदे नूं टारगेट करना हुंदा, उहनूं स्केपगोट बनाउणा हुंदा, उहनूं किवें प्रेजेंट कीता उन्हां ने। सो ਉਹ ਗੱਲ बड़ी माड़ी सी। लेकिन दीप जी जिस तरह ਤੁਹਾਡੀ ਰਿਹਾਈ ਹੋਈ ਆ ਪਹਿਲੇ ਕੇਸ ਤੋਂ, ਉਸ ਤੋਂ ਬਾਅਦ ਨਾਲ ਹੀ ਦੁਬਾਰਾ ਤੋਂ ਅਰੈਸਟ ਕਰ ਲਿੱਤਾ ਗਿਆ, ਕਿਆ ਲੱਗਦਾ ਕੇਂਦਰ ਸਰਕਾਰ ਜਾਣਬੁੱਝ ਕੇ ਤੁਹਾਡੇ ਤੇ ਪ੍ਰੈਸ਼ਰਾਈਜ਼ ਕਰਨਾ ਚਾਹੁੰਦੀ ਸੀਗੀ ਤਾਂ ਜੋ ਕਿ ਤੁਹਾਨੂੰ ਰੋਕ ਲਿੱਤਾ ਜਾਵੇ, ਯੂਥ ਜਿਹੜਾ ਪਿੱਛੇ ਹੁੰਦਾ ਨਜ਼ਰ ਆਵੇ? ਜਿਸ ਤਰ੍ਹਾਂ ਕਿ ਅੱਜ ਵੀ ਵੇਖ ਰਹੇ ਯੂਥ ਤੁਹਾਡੇ ਨਾਲ ਬਹੁਤ ਆ, ਕਿਆ ਲੱਗਦਾ ਇਸੇ ਕਰਕੇ ਟਾਰਗੇਟ ਕੀਤਾ ਗਿਆ ਤੁਹਾਨੂੰ? ਦੇਖੋ ਟਾਰਗੇਟ ਤਾਂ ਉਹ ਕਰਦੇ ਹੀ ਆ, ਔਰ ਉਹਨਾਂ ਨੇ ਇਹ ਸੁਨੇਹਾ ਵੀ ਦੇਣ ਵਾਸਤੇ ਕੇਸ ਪਾਇਆ ਸੀ ਵੀ ਅਸੀਂ ਕੁਝ ਵੀ ਕਰ ਸਕਦੇ ਹਾਂ, ਸਾਡੇ ਤੇ ਕੋਈ ਰੋਕ ਟੋਕ ਨਹੀਂ ਆ। ਪਰ ਕਿਤੇ ਨਾ ਕਿਤੇ ਉਹ ਪਰਮਾਤਮਾ ਵੀ ਬੈਠਾ ਤੇ ਉਹ ਰੱਬੀ ਰੂਹਾਂ ਦੇ ਵਿੱਚ ਬੈਠਾ ਹੁੰਦਾ ਜਿਹੜਾ ਤੁਹਾਡੇ ਲਈ ਖੜ ਜਾਂਦੀਆਂ। ਤੁਸੀਂ ਤਿੰਨੇ ਕੋਰਟ ਦੇ ਆਰਡਰ ਪੜ੍ਹ ਲਓ। ਇੱਕ ਆਰਡਰ ਦਿੱਤਾ ਸੈਸ਼ਨ ਜੱਜ ਨੇ, ਦੂਜਾ ਦਿੱਤਾ ਗਜਿੰਦਰ ਸਿੰਘ ਨਾਗਰ ਨੇ, ਤੀਜਾ ਦਿੱਤਾ ਇੱਕ ਸਾਹਿਲ ਗੁਪਤਾ ਉਹਨਾਂ ਨੇ। ਜੁਡੀਸ਼ਰੀ ਨੇ ਇੰਨਾ ਫੇਅਰ ਟਰਾਇਲ ਦਿੱਤਾ ਬਾਈ, ਤੇ ਇੰਨੇ ਚੰਗੇ ਜੱਜ ਮਿਲੇ ਆ ਵੀ ਮੈਂ ਉਹੀ ਕਹਿੰਦਾ ਨਾ ਅਰਦਾਸਾਂ ਸਦਕੇ ਹੀ ਹੋਇਆ ਤੇ ਸ਼੍ਰੀ ਗੁਰੂ ਰਾਮਦਾਸ ਪਾਤਸ਼ਾਹ ਦੀ ਮਿਹਰ ਸਦਕੇ ਹੋਇਆ। ਅਦਰਵਾਈਜ਼ ਪੋਸੀਬਲ ਨਹੀਂ ਸੀ ਵੀ ਇੰਨੀ ਛੇਤੀ ਬਾਹਰ ਆ ਜਾਂਦਾ ਜੀ। ਲੇਕਿਨ ਤੁਹਾਡੀਆਂ ਹਾਂਜੀ ਬਿਲਕੁਲ ਜੀ, ਉੱਥੇ ਤਾਂ ਆਉਣਾ ਹੀ ਆਉਣਾ ਜੀ। ਮੈਂ ਹੁਣ ਜਾਊਂਗਾ ਜੀ, ਕਿਉਂਕਿ ਮੈਂ ਬੰਬੇ ਰਹਿਣਾ, ਮਹਾਰਾਸ਼ਟਰ ਮੁੰਬਈ, ਤਾਂ ਮੈਂ ਹਜੂਰ ਸਾਹਿਬ ਵੀ ਜਾ ਕੇ ਨਤਮਸਤਕ ਹੋਊਂਗਾ ਜੀ ਉੱਥੇ। ਲੇਕਿਨ ਦੀਪ ਜੀ ਜਿਸ ਤਰ੍ਹਾਂ ਤੁਹਾਡੀਆਂ ਫੋਟੋਆਂ ਟਰੋਲ ਕੀਤੀਆਂ ਗਈਆਂ, ठीक है जी, ठीक है ठीक है। जिस तरह ਜੀ ਜਿਸ ਤਰ੍ਹਾਂ ਤੁਹਾਡੀਆਂ ਫੋਟੋਆਂ ਟਰੋਲ ਕੀਤੀਆਂ ਗਈਆਂ, ਆਰਐਸ ਦੇ ਨਾਲ ਜੋੜਨ ਦੀ ਕੋਸ਼ਿਸ਼ ਕੀਤੀ ਗਈ, ਕਿ ਲੱਗਦਾ ਸੀਗਾ ਕਿ ਇੱਕ ਪ੍ਰੋਪੋਗੈਂਡਾ ਸੈੱਟ ਕੀਤਾ ਜਾ ਰਿਹਾ ਤੁਹਾਡੇ ਖਿਲਾਫ ਲਗਾਤਾਰ ਹੀ ਜਿਹੜਾ ਸੀਗਾ? ਹਾਂਜੀ ਉਹ ਪ੍ਰੋਪੋਗੈਂਡਾ ਸੈੱਟ ਕੀਤਾ ਹੀ ਗਿਆ ਸੀ, ਇਹਦੇ 'ਚ ਕੋਈ ਸ਼ੱਕ ਨਹੀਂ। ਤੁਸੀਂ ਇਹ ਦੇਖੋ, ਤੁਹਾਨੂੰ ਤਾਂ ਸਾਰਿਆਂ ਨੂੰ ਪਤਾ ਇੱਥੇ ਆਪਾਂ ਸਨੀ ਦਿਓਲ ਬਾਈ ਦੀ ਇਲੈਕਸ਼ਨ ਲੜੀ, ਤੁਹਾਨੂੰ ਇਹ ਵੀ ਪਤਾ ਮੈਂ ਉਦੋਂ ਵੀ ਇਹ ਕਹਿੰਦਾ ਰਿਹਾ ਸਨੀ ਦਿਓਲ ਨੂੰ ਵੋਟ ਪਾਓ, ਕਦੇ ਵੀ ਬੀਜੇਪੀ ਦਾ ਨਾਂ ਨਹੀਂ ਲਿਆ, ਕਿਉਂਕਿ ਮੇਰਾ ਉਸ ਪਾਰਟੀ ਨਾਲ ਕੋਈ ਲਿੰਕ ਨਹੀਂ। ਪਰ ਇਹ ਜਾਣਬੁੱਝ ਕੇ ਪ੍ਰੋਪੋਗੈਂਡਾ ਸੈੱਟ ਕੀਤਾ ਗਿਆ, ਇਹਦੇ ਪਿੱਛੇ ਬੜੇ ਕਾਰਨ ਆ, ਤੇ ਉਹ ਪ੍ਰੋਪੋਗੈਂਡਾ ਦੇਖੋ ਆਪਦੇ ਆਪ ਹੀ ਟੁੱਟ ਗਿਆ। ਦੀਪ ਸਿੱਧੂ ਨੂੰ ਹੁਣ ਕਦੋਂ ਕਿਸਾਨੀ ਮੋਰਚੇ 'ਚ ਵੇਖਿਆ ਜਾ ਸਕਦਾ? ਹੁਣ 2-3 ਦਿਨਾਂ 'ਚ ਫਿਰ ਮੈਂ ਉਹਨਾਂ ਦਾ ਤਾਂ ਸਿਪਾਹੀ ਆ ਜੀ, ਫਿਰ ਉੱਥੇ 2-3 ਦਿਨਾਂ 'ਚ ਜਾਵਾਂਗੇ। ਉਹਨਾਂ ਨਾਲ ਗੱਲ ਹੋ ਗਈ? ਨਹੀਂ, ਉਹਦੇ ਨਾਲ ਨਹੀਂ ਗੱਲ ਹੋਈ ਹਜੇ ਜੀ। ਕੀ ਲੱਗਦਾ ਕਿ ਫਿਰ ਦੁਬਾਰਾ ਤੋਂ ਮੋਰਚਾ ਉੱਥੇ ਲਾਇਆ ਜਾ ਸਕਦਾ ਉਹ, ਤੇ ਜੇ ਵਿਧਾਨ ਸਭਾ ਤੇ ਲੋਕ ਸਭਾ ਘੇਰਨ ਦੀ ਜ਼ਰੂਰਤ ਪਈ ਤੇ ਕੀ ਫਿਰ ਦੁਬਾਰਾ ਤੋਂ ਘੇਰੀ ਜਾ ਸਕਦੀ? ਹਾਂਜੀ, ਸਾਡੇ ਆਗੂ ਕਾਲ ਦੇਣ, ਜੋ ਉਹਨਾਂ ਦੀ ਕਾਲ ਹੋਊਗੀ ਅਸੀਂ ਉਸ ਕਾਲ ਤੇ ਖੜੇ ਹਾਂ। ਪਹਿਲਾਂ ਜਿੱਦੇ ਉਹਨਾਂ ਨੇ ਦਿੱਲੀ ਚੱਲੋ ਦੀ ਕਾਲ ਦਿੱਤੀ ਸੀ, ਅਸੀਂ ਦਿੱਲੀ ਗਏ। ਫਿਰ ਉਹਨਾਂ ਨੇ 26 ਜਨਵਰੀ ਦੀ ਟਰੈਕਟਰ ਪਰੇਡ ਦੀ ਕਾਲ ਦਿੱਤੀ। 26 ਜਨਵਰੀ ਨੂੰ ਲਾਲ ਕਿਲੇ ਦੀ ਕਾਲ ਵੀ ਆਗੂਆਂ ਨੇ ਦਿੱਤੀ, ਪੰਧੇਰ ਸਾਹਿਬ ਨੇ ਤੇ ਮਨਜੀਤ ਰਾਏ ਉਹਨਾਂ ਨੇ ਦਿੱਤੀ। ਉਹਨੂੰ ਸੁਣ ਕੇ ਸਾਰੇ ਲਾਲ ਕਿਲੇ ਪਹੁੰਚੇ ਆ।
ਲੇਕਿਨ ਵੀਰ ਜੀ ਜਦੋਂ ਤੁਹਾਨੂੰ ਗੱਦਾਰ ਤੱਕ ਦਾ ਅਵਾਰਡ ਦੇ ਦਿੱਤਾ ਕਿਸਾਨ ਜਥੇਬੰਦੀਆਂ ਨੇ, ਕਿਤੇ ਮਨ ਨਹੀਂ ਡੋਲਿਆ ਕਿ ਮੈਂ ਇਹਨਾਂ ਪਾਸੇ ਸਭ ਕੁਝ ਕਰ ਰਿਹਾ ਸੀਗਾ? ਬੇਸ਼ੱਕ ਸਾਡੇ ਆਗੂਆਂ ਨੇ ਇਹ ਬਿਆਨ ਦਿੱਤਾ, ਕਿਸੇ ਨੇ ਵੀ ਨਹੀਂ, ਸੰਗਤ ਨੇ ਬਹੁਤ ਪਿਆਰ ਦਿੱਤਾ। ਕਿਆ ਲੱਗਦਾ ਸੀਗਾ ਉਸ ਸਮੇਂ ਮਨ ਡੋਲਿਆ ਸੀਗਾ ਕਿ ਜਦੋਂ ਉਹਨਾਂ ਨੇ ਕਹਿਤਾ ਕਿ ਨਹੀਂ ਇਹ ਗੱਦਾਰ ਹੈ? ਮਨ ਡੋਲਿਆ ਮਤਲਬ ਮੈਂ ਹਰਟ ਤਾਂ ਜ਼ਰੂਰ ਹੋਇਆ ਸੀ। ਦੇਖੋ ਜਦੋਂ ਤੁਹਾਨੂੰ ਸਰਟੀਫਿਕੇਟ ਵੰਡਣ ਲੱਗ ਜਾਣ ਤੇ ਤੁਸੀਂ ਮਹੀਨਿਆਂ ਬੱਧੀ ਸਭ ਕੁਝ ਛੱਡ ਕੇ ਨਾਲ ਬੈਠੇ ਹੋ, ਦਿਨ ਰਾਤ ਇੱਕ ਕੀਤਾ, ਤੇ ਉਦੋਂ ਤੁਹਾਡੇ ਤੇ ਇਹੋ ਜਿਹੀਆਂ ਤੌਹਮਤਾਂ ਲੱਗਣ, ਤੁਸੀਂ ਆਪਾਂ ਇਨਸਾਨ ਆ ਨਾ ਹਜੇ, ਤੇ ਹਰਟ ਤਾਂ ਜ਼ਰੂਰ ਹੋਇਆ, ਪਰ ਫਿਰ ਕਿਤੋਂ ਨਾ ਕਿਤੋਂ ਉਹ ਹੌਸਲਾ ਇਸ ਭਰੋਸੇ ਚੋਂ ਹੀ ਮਿਲਦਾ ਜਿਹੜਾ ਆਪਾਂ ਗੁਰੂ ਪਾਤਸ਼ਾਹ 'ਚ ਰੱਖਦੇ ਹਾਂ। ਲਾਸਟ ਕੁਐਸਚਨ ਮੇਰਾ ਕਿ ਜੇ ਨੌਜਵਾਨਾਂ ਨੂੰ ਹੁਣ ਕੀ ਅਪੀਲ ਕਰਨਾ ਚਾਹੋਗੇ ਦਿੱਲੀ ਜਾਣ ਵਾਸਤੇ? ਦੇਖੋ ਨੌਜਵਾਨੀ ਨੇ ਇੰਨਾ ਸੋਹਣਾ ਰੋਲ ਨਿਭਾਇਆ ਸਾਡੇ ਪੰਜਾਬ ਦੇ ਨੌਜਵਾਨਾਂ ਨੂੰ, ਜਿਨ੍ਹਾਂ ਨੂੰ ਕਹਿੰਦੇ ਸੀ ਇਹ ਤਾਂ ਗਾਣਿਆਂ ਤੇ ਆ, ਇਹ ਤਾਂ ਨਸ਼ਿਆਂ 'ਚ ਆ, ਇਹਨਾਂ ਨੂੰ ਤਾਂ ਕਲਚਰ ਬਾਰੇ ਕੁਝ ਨਹੀਂ ਪਤਾ। ਤੁਸੀਂ ਦੇਖੋ ਉਹਨਾਂ 'ਚ ਵਿਰਸਾ ਵੀ ਦਿਸਿਆ, ਉਹ ਲੜੇ ਵੀ ਆ। ਉਹ ਨੌਜਵਾਨਾਂ ਨੇ ਬੜੀ ਬਾਖੂਬੀ ਨਾਲ, ਜ਼ਿੰਮੇਵਾਰੀ ਨਾਲ ਉਸ ਐਜੀਟੇਸ਼ਨ 'ਚ ਰੋਲ ਨਿਭਾਇਆ। ਮੈਂ ਇਹ ਕਹਿਣਾ ਵੀ ਇਸ ਨੌਜਵਾਨੀ 'ਚ ਇਹ ਸਮਰੱਥਾ ਵੀ ਇਹ ਰਾਤੋਂ ਰਾਤ ਜ਼ੀਰੋ ਤੋਂ ਹੀਰੋ ਬਣ ਜਾਂਦੇ ਆ। ਸੋ ਇਹਨਾਂ ਨੌਜਵਾਨਾਂ ਤੇ ਭਰੋਸਾ ਰੱਖੋ, ਆਉਣ ਵਾਲਾ ਪੰਜਾਬ ਦਾ ਭਵਿੱਖ ਜਿਹੜਾ ਉਹ ਇਹਨਾਂ ਦੇ ਮੋਢਿਆਂ ਤੇ ਆ, ਇਹ ਸਾਂਭ ਲੈਣਗੇ। ਪੰਜਾਬ ਦੇ ਭਵਿੱਖ ਦੀ ਗੱਲ ਕੀਤੀ, ਨਵਜੋਤ ਸਿੰਘ ਸਿੱਧੂ ਬਹੁਤ ਜ਼ਿਆਦਾ ਇਸ ਟਾਈਮ ਕੈਪਟਨ ਅਮਰਿੰਦਰ ਸਿੰਘ ਦੇ ਖਿਲਾਫ ਬੋਲ ਰਹੇ ਨੇ। ਕੁੰਵਰ ਵਿਜੇ ਪ੍ਰਤਾਪ ਸਿੰਘ ਦੀ ਸੀਟ ਨੂੰ ਜਿਹੜਾ ਬਿਲਕੁਲ ਦਰਕਨਾਰ ਕਰਤਾ ਗਿਆ। ਕਿਸ ਤਰ੍ਹਾਂ ਵੇਖਦੇ ਹੋ ਇਸ ਤਰ੍ਹਾਂ ਦੀਆਂ ਚੀਜ਼ਾਂ ਨੂੰ ਤੁਸੀਂ? ਦੇਖੋ ਇਹ ਤਾਂ ਮੇਨ ਸਟ੍ਰੀਮ ਪੋਲਿਟਿਕਸ ਦੇ ਸਾਰੇ ਬੰਦੇ ਆ, ਹੈ ਨਾ। ਇਹ ਜਿਹੜਾ ਮੇਨ ਸਟ੍ਰੀਮ ਪੋਲਿਟਿਕਸ ਹੁੰਦੀ ਆ ਨਾ, ਇੱਥੇ ਇੱਕ ਦੂਜੇ ਨੂੰ ਟਾਰਗੇਟ ਕਰਨਾ, ਔਰ ਹੋ ਸਕਦਾ ਵੀ ਉਹ ਕਈ ਵਾਰੀ ਇਸ ਲੈਵਲ ਤੱਕ ਚਲੇ ਜਾਂਦੇ ਆ ਵੀ ਉਹ ਤਰੀਕਾ ਤੇ ਸਲੀਕਾ ਵੀ ਭੁੱਲ ਜਾਂਦੇ ਆ, ਉਹਨਾਂ ਦੀ ਬੋਲੀ 'ਚ ਨਫਾਸਤ ਨਹੀਂ ਰਹਿੰਦੀ। ਪਰ ਮੈਨੂੰ ਐਂ ਲੱਗਦਾ ਵੀ ਸਾਨੂੰ ਇਹ ਸਭ ਚੀਜ਼ਾਂ ਸਿੱਖਣੀਆਂ ਪੈਣਗੀਆਂ, ਚਾਹੇ ਕੌਨਫਲਿਕਟ ਪੋਲਿਟਿਕਸ ਹੋਵੇ, ਚਾਹੇ ਮੇਨ ਸਟ੍ਰੀਮ ਪੋਲਿਟਿਕਸ ਹੋਵੇ। ਲਾਸਟ ਕੁਐਸਚਨ ਹੈ ਜੀ, ਕੁੰਵਰ ਵਿਜੇ ਪ੍ਰਤਾਪ ਸਿੰਘ ਜੇ ਅਗਰ ਕੋਈ ਪਾਰਟੀ 'ਚ ਜਾਂਦੇ ਨੇ ਜਾਂ ਨਵਜੋਤ ਸਿੰਘ ਸਿੱਧੂ ਕੋਈ ਪਾਰਟੀ ਬਣਾਉਂਦੇ ਨੇ, ਕਿਆ ਉਸ ਵਿੱਚ ਦੀਪ ਸਿੱਧੂ ਨਜ਼ਰ ਆ ਸਕਦਾ ਹੈ ਜੀ? ਨਹੀਂ, ਇਹ ਦੇਖੋ ਬੰਦਿਆਂ ਦੇ ਨਾਲ ਪਾਰਟੀ ਆਈਡੈਂਟੀਫਾਈ ਨਹੀਂ ਮੈਂ ਕਰਦਾ। ਪਾਰਟੀ ਦੀ ਸਟ੍ਰੈਟਜੀ ਕੀ ਆ, ਪਾਰਟੀ ਦੀ ਉਹਨਾਂ ਦੀ ਰਣਨੀਤੀ ਕੀ ਆ, ਉਹਨਾਂ ਦੀ ਆਈਡੀਓਲੋਜੀ ਕੀ ਆ, ਉਹ ਕਿਹੜੇ ਮਸਲਿਆਂ ਦੀ ਗੱਲ ਕਰ ਰਹੇ ਆ, ਉਹਦੇ ਨਾਲ ਮੇਰਾ ਤਾਰੁਫ ਹੋਊਗਾ। ਜੇ ਕੋਈ ਇਹੋ ਜਿਹੀ ਪਾਰਟੀ ਜਿਹੜੀ ਪੰਜਾਬ ਦੇ ਅਸਲ ਮੁੱਦਿਆਂ ਦੀ ਗੱਲ ਕਰਦੀ ਆ, ਪੰਜਾਬ ਦੀ ਆਈਡੀਓਲੋਜੀ ਦੀ ਗੱਲ ਕਰਦੀ ਆ, ਜਿਹੜੀ ਸਾਡੇ ਇਮੋਸ਼ਨਸ ਆ, ਲੋਕਾਂ ਦੇ ਜੈਨੂਇਨ ਇਮੋਸ਼ਨਸ, ਉਹਨਾਂ ਦੀ ਗੱਲ ਕਰਦੀ ਆ। मेरी हथ बन के बेनती आ खास तौर पर पंजाब के इंडस्ट्रीलिस्ट नूं, सानू इस वेले दिल्ली के अंदर बहुत लोड़ आ ऑक्सीजन की, ऑक्सीजन सिलेंडर्स की, ऑक्सीजन के फ्लो मीटर्स की, वॉल्व्स की। हालात यह कि लोग इतने 3-3 4-4 गुणा च लोगों नूं रब तो डर ही लगनों हट गया। सिवियां ते थां नहीं मिलती पई, और फ्लो मीटर वाले कह रहे 3 गुणा ते पैसे ते बेचांगे, ऑक्सीजन सिलेंडर वाले कह रहे 4 गुणा ते बेचांगे। ये पंजाब ही आ, पंजाबी आ ਜਿਹੜੇ अपना दिल खोल के ते मानवता की सेवा च अगे आउंदे। तो मैं तुहाडे चरणा च हथ बन के कहना, भावें लुधियाने च बैठे जे, जलंधर च बैठे जे, मोहाली च बैठे जे, अमृतसर च बैठे जे, सानू बड़ी लोड़ आ। मैं टीवी चैनलों नूं भी कहूँगा, मैं सोशल मीडिया चैनल नूं भी कहूँगा, साडी वीडियो जरूर पाओ जी। दिल्ली सिख गुरुद्वारा मैनेजमेंट कमेटी 250 बैड का सारा इंतजाम करके असीं 100 ऑक्सीजन कंसनट्रेटर भी लैंदे अमेरिका तो, सानू पर नाल सिलेंडर भी चाहिए ने। असीं 250 ही अगले हफ्ते होर शुरू करना, 500 बैड का मानवता की सेवा। लोग तड़प रहे हैं, लोग मर रहे हैं, उन्होंने बचाना बड़ा जरूरी आ। सो साडा साथ दिओ, साडा साथ दिओ। मैं तुहाडे चरनां 'च हथ बन के बेनती करदा हां, लोड़ पैण ते असीं जिथे तुहानूं सानूं खड़िया करोगे असीं तुहाडे लई खड़े होवांगे। सानूं तुहाडी बहुत लोड़ आ। मैनूं उम्मीद आ ये मेरी वीडियो तो बाद जरूर ऑक्सीजन साडे कोल पहुंच सकूगी। कोई वीर साडे ते भला करके सानूं ऑक्सीजन दे सिलेंडर देऊगा, असीं पैसे भी देंगे, ਅਸੀਂ पैसे भी देंगे। ये सेवा भी गुरु घरां दी सेवा आप ते सदके ही है, माया भी आप ही दी है जिहड़ी तुहानूं जानी है। सो प्लीज़ साडी बेनती है, जिहड़ा सानूं अफोर्ड करदा है, जिहड़ा सानूं दे सकदा है, असीं उहनूं पैसे दे के भी चीज़ लैण नूं तैयार हां। साडे ते किरपा करो। वाहिगुरू जी का खालसा, वाहिगुरू जी की फतेह। सत श्री अकाल। प्लीज़ साडे चैनल सांझा पंजाब नूं लाइक ते सबसक्राइब करो यूट्यूब ते। तो पहला श्री दरबार साहिब जी दे विच मत्था टेक के श्री गुरु ग्रंथ साहिब जी दे आगे नतमस्तक होके मैं इत्थे आया। मैनू बहुत चंगा महसूस होया, अच्छा लग्या कि जो मैं किया, मैं नहीं कह सकता हाँ कि हाँ मैं क्लेम नहीं करता हाँ कि मैं कोई कुर्बानी की थी नौकरी छड़ के, लेकिन मेरी नौकरी गई श्री गुरु ग्रंथ साहिब जी की सेवा करते हुए।
मैनू इस चीज़ का बहुत मान है कि श्री गुरु ग्रंथ साहब जी की सेवा करते हुए अपनी नौकरी छड़ दी, अपनी नौकरी गंवा दी। मैनू कोई अफसोस नहीं है, मैनू बहुत मान है इस गल का कि श्री गुरु ग्रंथ साहब जी की सेवा करते हुए मेरी नौकरी चली गई। ये तो सिर्फ नौकरी है। जदों मैं इन्वेस्टिगेशन शुरू किया सी, मैनू ये भी पता सी कि मेरी नौकरी भी जा सकती है, मेरी जान भी जा सकती है, क्योंकि तुहानू पता है कि दोषी जड़े ने, मैं उन्हों का नाम ही नहीं लेंदा, असल दोषी जड़े ने वो बहुत ही इन्फ्लुएंशियल, बहुत ही पावरफुल, बहुत ही पैसे वाले ने, वो सब कुछ खरीद सकते हैं। उन्होंने इस मुल्क के संविधान की भी हत्या करा दी है, मर्डर कराया है मुल्क दे। उन्होंने जो लोग देखो गुरु ग्रंथ साहिब जी की बेअद भी करवा सकते हैं, वो संविधान की हत्या करवा दी, कोई बहुत बड़ी गल उन्होंने वास्ते नहीं है। लेकिन मैनू उम्मीद सी कि जो संविधान के रखवाले सीगे वो जरूर इंसाफ करेंगे, लेकिन इंसाफ मिलिया नहीं। मैनू ये भी आज इत्थे कहते हुए कोई भी मैनू हैजिटेशन नहीं है, हैरानी नहीं है। देखो इस केस दे विच देखो तुसी जो कानून है ना साडा, ये जड़ा कानून है कॉलोनियल लॉ है, कॉलोनियल लॉ अंग्रेजी कानून जिन्होंने असीं कहते हैं। अंग्रेजी कानून के तहत इस केस दे विच इंसाफ नहीं होना है, हो ही नहीं सकता है अंग्रेजी कानून के तहत। ये मेरा दावा है। दूसरा मैं ये कहूँगा, देखो कि जो री इन्वेस्टिगेशन की गल कर रहे हैं, दोबारा इन्वेस्टिगेशन, तुसी एक सीट बना लो, 2 बना लो, CBI ले आओ, तुसी जो मर्जी ले आओ, री इन्वेस्टिगेशन हो नहीं सकता है। टाइम पास जरूर होगा, लोगों को मूर्ख जरूर बनाया जाएगा। दूसरी गल यह है कि जो चलान मैं दिता सी, जो रिपोर्ट, ना तो वो रिपोर्ट सरकार नू गई सी, कई लोगों को भुलेखा है कि ये रिपोर्ट सरकार नू दी गई सी, ना ही ये रिपोर्ट मानयोग हाई कोर्ट दे विच दाखिल हुई सी। साडी रिपोर्ट 9 चलाना के रूप दे फरीदकोट की मानयोग जिला अदालत दे विच दाखिल की गई सी। उन्हां 9 चलाना तो 5 चलान जड़े ने उन्होंने क्वैश कर दिता गया है, खारिज किया गया है। 4 चलान हुण भी जिंदा ने, ठीक है कि नहीं। लेकिन मैं ये कहूँगा हाँ कि देखो जो रिपोर्ट दी गई है वो रिपोर्ट मानयोग जिला अदालत फरीदकोट दे विच है। मैनू ये पता नहीं है कि वो रिपोर्ट किस तरह, मतलब बिना रिपोर्ट देखे हुए जो फैसला आया है, मैं फैसला ना तो पढ़िया हाँ, ना मैनू पढ़ना है, ना ही मतलब मैनू उसकी लोड़ है। मैनू पहला तो पता सी, ठीक है, इस दे बारे पहला तो पता सी, तो मैं उस दे उत्ते कोई किंतु परंतु नहीं करना चाहता हाँ, कोई किंतु परंतु नहीं। जो फैसला आया है मानयोग हाई कोर्ट का जो फैसला है उस दे नाल मैनू कोई भी, सुनो तो सही, ਤੁਸੀਂ ਰਿਪੋर्ट इन्नी तनदेही ਦੇ ਨਾਲ ਬਣਾਈ ਸੀ ਤਾਂ ਕੋਰਟ ਨੇ ਖਾਰਜ ਕਿਉਂ ਕੀਤੀ? मेरी गल तो सुनो, मैं तो जो ऑर्डर आया है, ऑर्डर दे उत्ते कोई भी मैं बयान नहीं देना चाहता हाँ, उस दे उत्ते कोई भी मैं तर्क वितर्क असी नहीं करना चाहता हाँ, क्योंकि साडे मुल्क का जो कानून है वो इस चीज़ की इजाज़त नहीं दिंदा। लेकिन इन्वेस्टिगेशन मेरे वालों, सुनो, इन्वेस्टिगेशन मेरे वालों 2 साल तक की गई है, पूरी ट्रांसपेरेंट इन्वेस्टिगेशन रही है। एक लाइन जो है ना अपने आप दे विच सबूत है, ठीक है। तुसी जो सवाल किया कि खारिज क्यों हो गया, मैनू नहीं पता है। जेकर मानयोग जिला अदालत सैशन अदालत फरीदकोट वालों साडे गवाहां दा बयान लिया जांदा, साडे वालों जो सबूत उत्थे पेश किए गए हैं, उन्हां सबूतां नूं देख के, गवाहां दा बयान दे के जो कुछ भी फैसला आउंदा सानू मंजूर सी। लेकिन साडे गवाहां दा बयान नहीं होया, मैनू मौका नहीं मिलिया कि अपने गवाहां नूं अदालत के सन्मुख पेश कर सका। मैनू मौका नहीं मिलिया कि जो अदालत दे विच असीं सबूत पेश किए हाँ, वो जो सबूत ने उन्हां सबूतां नूं वेखिया नहीं गया, क्योंकि निपटारा इहदा होना है फरीदकोट की जिला अते सैशन अदालत दे विच। मैं दोबारा ये कहना चाहता हाँ कि कोई भी व्यक्ति उस चलान के किसी भी पहलू दे उत्ते मेरे नाल डिस्कस करना चाहता है, जनतक तौर पर, व्यक्तिगत तौर पर आके डिस्कस कर सकता है। एक लाइन उस चलान का जो लिखिया गया है वो गुरु गोबिंद सिंह जी की कृपा दे नाल लिखिया गया है। मेरे अंदर वो काबलियत नहीं सीगी कि मैं इस तरीके की इन्वेस्टिगेशन कर सकता सी।
जो इन्वेस्टिगेशन होया है गुरु गोबिंद सिंह जी महाराज की कृपा दे नाल होया है। तो कोई भी व्यक्ति जेकर चाहुंदा है, कोई भी कानून का जानकार होवे, किसी नूं भी बहुत हंकार होवे, वो मेरे नाल आके डिस्कस कर सकता है कि मेरी गल सुनो, जो बेअदबी करवा सकते ने, गुरु ग्रंथ साहिब जी की बेअदबी करवा सकते ने, ठीक है कि नहीं, वो कुछ भी कर सकते ने, मैनू कोई परवाह नहीं है उन्होंने कोई स्टेटस नहीं है। हुण मैं दोबारा आज दा जिहड़ा सन्मान समारोह है, मैं देखो मैं ये दावे दे नाल कह सकता हाँ कि मानयोग जथेदार श्री दादूवाल साहब जी नाल मेरी आज पहली मुलाकात इत्थे हो रही है। आप जी ने भी मीडिया दे विच बयान दिता सी कि कोई मुलाकात नहीं है। ये असी श्री हरमंदिर साहिब जी दे सामने आज पहली मुलाकात हुई है। इन्हां दी रहनुमाई दे विच सारे संत समाज दे लोग, संत महापुरुष, वख-वख धर्मां दे, वख-वख संप्रदायां दे सारे संत महापुरुष आए ने। मैं इन्हां सारिਆਂ ਦਾ मैं ਧੰਨਵਾਦ करदा हाँ। एक ऐसे तरीके ਦਾ सन्मान मैनू उसे फरीदकोट दे विच दिता गया सी 2004 दे विच, जो गुरुद्वारा साहिब है सालाना समागम हुंदा है हर साल। एक सन्मान समारोह उत्थे होया सी, तुसी देखोगे बहुत वड्डा योगदान रहा उस सन्मान दा कि मैं इस केस नूं, क्योंकि जदों मैं फैसला लिया कि वड्डियां दे उत्ते हाथ पा ही देना है, तो वो सन्मान मैनू उसे फरीदकोट दा बार फरीदकोट दे विच बैठे हुए मैनू याद आ रहा सी कि ऐसे फरीदकोट दे विच मैनू सन्मान मिलिया है। वो ऑनेस्टी दा सन्मान सी। मैं कहा कि चलो जी चक दो काम, जेकर तुसी नहीं करोगे कोई होर नहीं कर सकता है। हुण सुनो मेरी गल सुनो, आज जो सन्मान इत्थे मिलिया होया है, मैनू नहीं पता है कि जदों उस 2004 वाला सन्मान इत्थे तक लेके आया तो ये सन्मान मेरे हत्थे की करवाएगा मैनू पता नहीं है। लेकिन जो सन्मान हुंदा है, देखो एक सन्मान देने वाले दा हाथ साफ होना चाहिए है, तो लेने वाले दा किरदार भी होना चाहिए है, ठीक है। तो इस करके कईयां ने किंतु परंतु भी की। मैं कहा कि नहीं मैं जावांगा, क्योंकि सन्मान देने वाले दा हाथ जेकर साफ है ना, तो सन्मान लेन दे विच ते मेरा किरदार साफ है। मैं श्री हरमंदिर साहिब जी दे सामने श्री गुरु ग्रंथ साहिब जी नूं हाजिर नाजिर जान के ये वादा करदा हाँ कि जो सन्मान मैनू मिल रहा है ते मैं अपने इस किरदार नूं होर आगे तक ले जावांगा, समाज की सेवा करांगा। ये जो इंसाफ की लड़ाई है, देखो आज तो शुरू हो रही है। ये ना समझो कि मैं नौकरी छड़ दी तो मतलब काम बहुत लोग खुश हो रहे हैं कि मैं नौकरी छड़ दी। एक गुरु महाराज का हुक्म आया कि हुण ये नौकरी तुसी छड्डो, नौकरी दे विच रह के तुसी कमज़ोर हो गए हो, तो एक कमजोरी तुसी छड्ड दो। मैं इस IPS की नौकरी नूं छोटा नहीं समझदा हाँ, तो नहीं मैं कोई जज्बात दे विच आके छड्डिया। एक जंग की शुरुआत वास्ते उपरों मैनू आदेश आया, गुरु महाराज का आदेश आया, मैं ये नौकरी छड्ड दी। 22 साल की इस नौकरी के दौरान मैं सिर्फ संघर्ष किया, सिर्फ स्ट्रगल किया जी। तो उस स्ट्रगल दे नाल जो कुछ भी मैनू प्राप्त होया, बहुत बड़ा स्ट्रगल करांगे, पंजाब नूं बहुत ही प्रोग्रेसिव पंजाब बनावांगे। जो तुसी जो देख रहे हो ना, जब वेखदे आए हो ये नशिया तस्करां वालियां दा, जो मान लो एक मीडिया किसी दे कोल है, एक होर अंबानिया दा मीडिया है जो इन्होंने गोद लिया होया है, इनू मैं वादा करदा हाँ कि यदा नाम रहेगा पंजाब टेलीविजन नेटवर्क। ये सरकारी टेलीविजन नेटवर्क होगा जी, सरकारी टेलीविजन। ये जिन्ना चिर बोल रहे ने इन्हों बोल लें दो, जो कुछ भी बोल रहे ने, ये दोष लगा रहे ने उन्होंने लगा लें दो, लेकिन ये सारे टेलीविजन सरकारी टेलीविजन जनता दे नेटवर्क बन जाएंगे। इन्हों 2, 4, 6, 8 महीना होर कर लें दो, ठीक है कि नहीं। सारे तुहाडे सवालों का जवाब हौली देखो। मेरी गल सुनो, जंग की शुरुआत हो रही है, मैनू क्यों पूछ रहे हो? जो हुक्म आएगा ना ऊपरों जिसने आदेश, मेरी गल सुनो, मैनू नहीं पता है, मेरी गल सुनो। तुसी नशा दे तस्दे थोक व्यापारी ने नशिया दे पंजाब दे विच 6वां दरिया बहा दिता, तुसी उन्हां दी गल कर रहे हो। नहीं मेरी गल सुनो ना, तुसी उन्हां दी गल कर रहे हो। मेरी गल तो सुनो, जिन्हां ने नशिया दा दरिया बहाया है पंजाब दे विच, नौजवानी बर्बाद की है, जिन्हां दा टेलीविजन नेटवर्क चलता है, तुसी उन्हां दी जुबानी तुसी बोल रहे हो, उन्हां दी गल कर रहे हो। मैं तो बार यही कर रहे हैं कि ये नेटवर्क ही खत्म हो जाना है, सरकारी नेटवर्क बन जाएगा, जनता का नेटवर्क बन जाएगा, जनता की आवाज़ सब तो ऊपर रहेगी, क्योंकि जनता की आवाज़ दे विच परमात्मा की आवाज़ होंदी है, तो परमात्मा की आवाज़ ही ऊपर रहेगी। जो मैनू ऊपरों आदेश आएगा परमात्मा वालों,
मैं वही कहूँगा। आज की तारीख के बीच में इस तो अलावा और कुछ नहीं कर सकता। ਇਨਸਾਫ ਕਿਦੋਂ ਮਿਲੇਗਾ ਲੋਕਾਂ ਨੂੰ? इंसाफ मिलेगा जी, इंसाफ मिलेगा। इंसाफ वास्ते जंग देखो, मैं देखो मैं बार बार यही कहना चाहता हाँ कि मैं जो नौकरी तो इस्तीफा दिता तो कोई थक हार के नहीं दिता। एक इंसाफ वास्ते जंग की शुरुआत करने वास्ते मैं इस्तीफा दिता सी। इंसाफ मिलेगा, तुसी देख लेना, इंसाफ मिलेगा। ਕਿਸੇ ਸਿਆਸੀ ਪਾਰਟੀ ਵਿੱਚ ਰਹਿ ਕੇ ਤੁਹਾਡੇ ਵੱਲੋਂ ਇਨਸਾਫ ਦਿੱਤਾ ਜਾਏਗਾ? मैं देखो तुसी कोई भी सवाल इस तरह का ना करो, ठीक है ना जी। इस तरह का मैं बार बार यही कह रहा कि जो मैनू उपरों आदेश आएगा, मालिक परमेश्वर सब तो बड़ा है, जो वो मैनू आदेश करेगा समाज की भलाई वास्ते, ठीक है ना, इंसाफ वास्ते एक नवा पंजाब बनूगा जी। एक नवा पंजाब तुसी देखोगे जो आज तो 100 साल 150 साल पहला जो पंजाब सीगा ना, वो पंजाब तुसी देखोगे। महाराजा रणजीत सिंह जी के बारे तुसी सुनिया होगा, उस तो पहला भी तुसी देखो पंजाब बहुत ही मतलब उन्नत पंजाब सीगा, बहुत ही वधिया। तुसी ਕੋਟਕਪੁਰਾ ਅਤੇ ਬਹਿਬਲ ਕਲਾਂ ਗੋਲੀकांड ਦੀ ਰਿਪੋਰਟ ਹਾਈ ਕੋਰਟ 'ਚ ਰੱਦ ਹੋਣ ਤੋਂ ਬਾਅਦ ਕੁੰਵਰ ਵਿਜੇ ਪ੍ਰਤਾਪ ਸਿੰਘ ਵੱਲੋਂ ਆਪਣੀ ਅਹੁਦੇ ਤੋਂ ਅਸਤੀਫਾ ਦਿੱਤਾ ਗਿਆ ਸੀ, ਜਿਸ ਤੋਂ ਬਾਅਦ ਸਿੱਖ ਜਥੇਬੰਦੀਆਂ ਵੱਲੋਂ ਉਹਨਾਂ ਨੂੰ ਸਨਮਾਨਿਤ ਕਰਨ ਦੀ ਗੱਲ ਕਹੀ ਜਾ ਰਹੀ ਸੀ। ਜੇਕਰ ਗੱਲ ਅੱਜ ਦੀ ਕੀਤੀ ਜਾਵੇ ਤਾਂ ਸਿੱਖ ਜਥੇਬੰਦੀਆਂ ਦੇ ਵੱਲੋਂ ਸ਼੍ਰੀ ਦਰਬਾਰ ਸਾਹਿਬ ਘੰਟਾਘਰ ਚੌਂਕ ਦੇ ਵਿੱਚ ਸਿੱਖ ਜਥੇਬੰਦੀਆਂ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਸਨਮਾਨ ਕੀਤਾ ਗਿਆ। ਦੂਜੇ ਪਾਸੇ ਹੀ ਸਿੱਖ ਜਥੇਬੰਦੀਆਂ ਦੇ ਵੱਲੋਂ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਵਿਰੋਧ ਵੀ ਕੀਤਾ ਗਿਆ। ਸਿੱਖ ਜਥੇਬੰਦੀਆਂ ਦੇ ਵੱਲੋਂ ਇਲਜ਼ਾਮ ਲਗਾਏ ਜਾ ਰਹੇ ਹਨ ਕਿ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਸਿਆਸੀ ਸ਼ੈਅ ਦੇ ਤਹਿਤ ਇਸਤੇਮਾਲ ਕੀਤਾ ਜਾ ਰਿਹਾ ਹੈ। ਉਹਨਾਂ ਨੇ ਕਿਹਾ ਕਿ ਸੱਚਖੰਡ ਸ਼੍ਰੀ ਦਰਬਾਰ ਸਾਹਿਬ ਸਾਂਝੀਵਾਲਤਾ ਦਾ ਉਪਦੇਸ਼ ਦਿੰਦਾ ਹੈ ਅਤੇ ਇੱਥੇ ਸਿਆਸਤ ਨਹੀਂ ਹੋਣੀ ਚਾਹੀਦੀ। ਇਸ ਮੌਕੇ ਉੱਪਰ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਇਸ ਪੂਰੇ ਮਾਮਲੇ ਬਾਰੇ ਕੁੰਵਰ ਵਿਜੇ ਪ੍ਰਤਾਪ ਸਿੰਘ ਦਾ ਵਿਰੋਧ ਕਰਨ ਆਈਆਂ ਸਿੱਖ ਜਥੇਬੰਦੀਆਂ ਦੇ ਆਗੂਆਂ ਨੇ ਇਸ ਬਾਰੇ ਹੋਰ ਕੀ ਜਾਣਕਾਰੀ ਦਿੱਤੀ, ਆਓ ਸੁਣਦੇ ਹਾਂ। ਸਰਦਾਰ ਜੰਗ ਸਿੰਘ ਬੰਦੀ ਸਿੰਘ ਰਿਹਾਈ ਮੋਰਚਾ ਤੋਂ ਇਹ ਸਾਰੇ ਸਾਡੀ ਜਥੇਬੰਦੀ ਦੇ ਸਿੰਘ ਨੇ। ਅਸੀਂ ਅੱਜ ਬਾਬਾ ਦਾਦੂਵਾਲ ਤੇ ਉਹਨਾਂ ਦੇ ਸਾਥੀ ਜਿਹੜੇ ਸਹਿਯੋਗੀ ਜਥੇਬੰਦੀਆਂ ਉਹਨਾਂ ਦਾ ਵਿਰੋਧ ਕਰਨ ਆਇਆ ਕਿ ਕੁੰਵਰ ਵਿਜੇ ਪ੍ਰਤਾਪ ਨੂੰ ਕਿਸ ਗੱਲ ਦਾ 골ਡ ਮੈਡਲ ਦੇ ਰਹੇ ਨੇ। ਅਸੀਂ ਉਹਦਾ ਵਿਰੋਧ ਕਰਨ ਆਏ ਹਾਂ। ਸੋ ਅਸੀਂ ਇਹ ਬਾਕੀ ਜਥੇਬੰਦੀਆਂ ਨੂੰ ਪੁੱਛਣਾ ਚਾਹੁੰਦੇ ਹਾਂ ਤੁਹਾਡੇ ਸਾਰਿਆਂ ਦੇ। ਅੱਜ ਸਾਨੂੰ ਅਸੀਂ ਉੱਥੇ ਸਾਹਮਣੇ ਸਾਡਾ ਪੰਜਾਬ ਪੁਲਿਸ ਨੇ ਸਾਨੂੰ ਫਿਰ ਰੋਕ ਲਿਆ ਇੱਥੇ ਤੇ ਸਾਨੂੰ ਰੋਕੀ ਖੜੇ ਨੇ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਇਹ 골ਡ ਮੈਡਲ ਕਿਹੜੇ ਇਨਾਮ 'ਚ ਹੈ। ਅਕਾਲੀ ਸਰਕਾਰ ਵੇਲੇ ADGP ਸਹੋਤਾ ਸਾਹਿਬ ਦੀ ਅਗਵਾਈ 'ਚ ਇੱਕ ਸਿੱਟ ਬਣੀ, ਉਹਦੇ 'ਚ 11 ਪੁਲਿਸ ਵਾਲੇ ਜਿਹੜੇ 22 ਨੇਮ ਨਾਮਜ਼ਦ ਕੀਤੇ ਉਹਨਾਂ ਨੇ ਵੀ ਇਹ ਇੱਥੇ ਦੋਸ਼ੀ ਨੇ। ਕੋਟਕਪੂਰਾ ਕਾਂਡ ਤੇ ਬਹਿਬਲ ਗੌਲੀ ਕਾਂਡ, ਉਹਦੇ 'ਚ 11 ਪੁਲਿਸ ਵਾਲੇ 22 ਨੇਮ ਨਾਮਜ਼ਦ ਕੀਤੇ। ਉਹ ਜਿਹੜਾ ਸਹੋਤਾ ਸਾਹਿਬ ਨੇ ਉਦੋਂ ਸਿੱਟ ਬਣਾਈ ਤੇ ਉਹਦੇ ਬਾਅਦ ਕਾਂਗਰਸ ਸਰਕਾਰ ਆਈ ਤੇ ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਬਣੀ। ਬਰਗਾੜੀ ਮੋਰਚਾ ਲੱਗਿਆ, ਕੁੰਵਰ ਵਿਜੇ ਪ੍ਰਤਾਪ ਦੀ ਸਿੱਟ ਬਣਾਈ। ਉਹਦੇ 'ਚ ਜਿਹੜਾ ਆਖਰੀ ਹੁਣ ਚਲਾਨ ਪੇਸ਼ ਕੀਤਾ ਉਹ 'ਚ ਸਾਡੇ ਨਾਲ ਬਹੁਤ ਬੜਾ ਧੋਖਾ ਹੋਇਆ। ਅਸੀਂ ਸਾਰਿਆਂ ਨੇ ਕਿਹਾ ਕੁੰਵਰ ਵਿਜੇ ਪ੍ਰਤਾਪ ਜਿਹੜਾ ਬਹੁਤ ਇਮਾਨਦਾਰ ਪੁਲਿਸ ਅਫਸਰ ਹੈ, ਬਾਹਲਾ ਹੁਣ ਤੱਕ ਵੀ ਸਾਰੇ ਸਾਡੇ ਵੀਰ ਇਹੀ ਕਹੇ ਕੁੰਵਰ ਵਿਜੇ ਪ੍ਰਤਾਪ ਇਮਾਨਦਾਰ ਪੁਲਿਸ ਅਫਸਰ ਹੈ। ਤੇ ਹੁਣ ਜਦੋਂ ਆਖਰ ਚਲਾਨ ਪੇਸ਼ ਕੀਤਾ, ਹਾਈ ਕੋਰਟ ਦੀਆਂ ਟਿੱਪਣੀਆਂ 35 ਦੇ ਕਰੀਬ ਟਿੱਪਣੀਆਂ ਆ ਗਈਆਂ। ਉਹਦੇ 'ਚ ਸਾਫ਼ ਸਾਬਤ ਹੋ ਗਿਆ ਕਿ 11 ਪੁਲਿਸ ਵਾਲੇ 7 ਪੁਲਿਸ ਵਾਲੇ ਮੁਲਾਜ਼ਮ ਹੈ ਜਿਹੜੇ 22 ਨੇਮ ਹੈ ਉਹਨਾਂ ਦਾ ਚਲਾਨ 'ਚ ਨਾਂ ਹੀ ਹੈ ਨਹੀਂ, ਉਹ ਡਿਸਚਾਰਜ ਕਰ ਦਿੱਤੇ ਗਏ ਨਾਮ ਉਹਨਾਂ ਦੇ। ਦੂਜੀ ਗੱਲ ਇਹ ਕਹਿੰਦੇ ਨਹੀਂ ਫਲਾਣਾ ਸਿਆਸੀ ਲੋਕ ਜ਼ਿੰਮੇਵਾਰ ਹੈ, ਫਲਾਣੇ ਸਿਆਸੀ ਧਿਰ ਜ਼ਿੰਮੇਵਾਰ ਹੈ, ਤੇ ਉਹਦੇ 'ਚ ਚਲਾਨਾਂ 'ਚ ਕਿਸੇ ਚਲਾਨ 'ਚ ਜਾਂ ਜਿੰਨੇ ਵੀ ਹੁਣ ਪੇਸ਼ ਕੀਤੇ ਸਪਲੀਮੈਂਟਰੀ ਜਾਂ ਜਿਵੇਂ ਵੀ, ਤੇ ਉਹਨਾਂ 'ਚ ਕਿਸੇ ਦਾ ਵੀ ਮਾਈ ਨੇਮ ਜ਼ਿਕਰ ਨਹੀਂ ਹੈ। ਤੇ 골ਡ ਮੈਡਲ ਕਿਸ ਗੱਲ ਦਾ? ਜਿਹੜੀ ਜਾਂਚ ਰਿਪੋਰਟ ਆਈ ਆ ਖੂਹ ਖਾਤੇ 'ਚ ਪੈ ਗਈ, ਸਾਰੀ ਦੁਨੀਆ ਜਾਣਦੀ ਹੈ। ਸਭ ਕੁਝ ਰੱਦ ਹੋ ਗਿਆ ਤੇ ਉਹ ਦੁਬਾਰਾ ਸ਼ੁਰੂ ਹੋਣੀ ਆ। ਮੇਰੇ ਖਿਆਲ 3-4 ਸਾਲ 6 ਸਾਲ ਦੇ ਕਰੀਬ ਹੋ ਗਏ ਇਹ ਸਿਆਸਤ ਚੱਲਦੀ ਨਹੀਂ। ਹੁਣ ਇਹ ਫੇਰ ਲੋਕ ਸਿਆਸਤ ਕਰਨ ਲੱਗੇ ਨੇ ਉਸ 'ਤੇ। ਇਹ ਜਦੋਂ ਵੋਟਾਂ ਨੇੜੇ ਆਉਂਦੀਆਂ ਇਹ ਲੋਕ ਐਕਟਿਵ ਹੋ ਜਾਂਦੇ ਨੇ। ਗੁਰੂ ਗ੍ਰੰਥ ਸਾਹਿਬ ਸਿੱਖਾਂ ਦਾ ਸਭ ਤੋਂ ਸੈਂਸਿਟਿਵ ਮੁੱਦਾ, ਤੇ ਇਹਨਾਂ ਦੇ ਸਿਆਸਤ ਕਰਨ ਵਾਸਤੇ ਨਹੀਂ, ਚਾਹੇ ਕੋਈ ਵੀ ਸਰਕਾਰਾਂ ਹੋਣ, ਸਿਆਸੀ ਕੋਈ ਵੀ ਹੋਵੇ, ਇਹਦਾ ਅਸੀਂ ਡਟ ਕੇ ਵਿਰੋਧ ਕਰਾਂਗੇ। ਹੁਣ ਜਿਹੜਾ ਵੀ ਇਸ ਮੁੱਦੇ 'ਤੇ ਸਿਆਸਤ ਕਰੂਗਾ ਅਸੀਂ ਉਹਦਾ ਉਸੇ ਜਗ੍ਹਾ 'ਤੇ ਵਿਰੋਧ ਕਰਾਂਗੇ। ਅਸੀਂ ਪੁਤਲੇ ਵੀ ਫੂਕਾਂਗੇ, ਅਸੀਂ ਕਾਲੀਆਂ ਝੰਡੀਆਂ ਵੀ ਦਿਖਾਵਾਂਗੇ। ਇਹ ਸਿਆਸਤ ਦਾ ਮੁੱਦਾ ਨਹੀਂ, ਸਿਆਸਤ ਕਰਨੀ ਹੈ ਕਿਸੇ ਹੋਰ ਮੁੱਦਿਆਂ 'ਤੇ ਕਰੋ। ਲੇਕਿਨ ਤੁਸੀਂ ਦੂਜੀ ਗੱਲ ਆ ਗਈ
ਬਾਬਾ ਜੀ ਇਹ ਬਿਆਨ ਦਿੰਦੇ ਨੇ ਕਿ ਸਿੱਖ ਕੌਮ ਵੱਲੋਂ ਉਹਨੂੰ ਸਨਮਾਨਿਤ ਕੀਤਾ ਗਿਆ। ਬਾਬਾ ਦਾਦੂਵਾਲ ਜੀ ਹਰਿਆਣਾ ਕਮੇਟੀ ਦੇ ਪ੍ਰਧਾਨ ਨੇ, ਉਹ ਉੱਥੇ ਸਨਮਾਨਿਤ ਕਰ ਸਕਦੇ ਨੇ, ਉੱਥੇ ਹੈੱਡਕੁਆਟਰ ਤੇ ਕਰ ਸਕਦੇ ਆ। ਡੇਰੇ ਆ ਜਿਹੜਾ ਸਰਬ ਸੰਗਤ ਦਾ ਸਾਰੀ ਦੁਨੀਆ ਦਾ ਸਾਂਝਾ ਸਥਾਨ ਆ, ਇਹ ਕਿਸੇ ਪੋਲੀਟੀਕਲ ਪਾਰਟੀ ਦਾ ਨਹੀਂ, ਕਿਸੇ ਦੇ, ਇਹ ਸਰਬ ਸਾਂਝਾ ਸਥਾਨ ਹੈ ਦੁਨੀਆ ਦਾ। ਇਹਦੇ ਸਾਹਮਣੇ ਤੁਸੀਂ ਕੀ ਸੰਸਾਰ ਨੂੰ ਸੁਨੇਹਾ ਦੇਣਾ ਚਾਹੁੰਦੇ ਹੋ ਵੀ ਇੱਥੇ ਸਨਮਾਨਿਤ ਕਰਕੇ ਉਹਦੇ ਕਿਹੜਾ ਇਹੋ ਜਿਹਾ ਮਾਰਕਾ ਮਾਰ ਲਿਆ ਜਿਹਦੇ ਨਾਲ ਬਹੁਤ ਵੱਡੀ ਸਮਾਂ ਤੇ ਸਾਰੀ ਜਾਂਚ ਖੂਹ ਕਰਤੇ ਪੈ ਗਈ ਤੇ ਐਡੀ ਬੜੀ ਮਿਹਨਤ ਕੀਤੀ ਹੋਈ ਤਾਂ ਦੁਬਾਰਾ ਸਿਆਸਤ ਸ਼ੁਰੂ ਹੋ ਗਈ। ਅਸੀਂ ਇਹ ਪੁੱਛਣਾ ਚਾਹੁੰਦੇ ਹਾਂ ਵੀ ਇਹੋ ਜਿਹੀ ਇਹ ਕੁੰਵਰ ਵਿਜੇ ਪ੍ਰਤਾਪ ਜੀ ਇੰਨੇ ਕਾਬਲ ਅਫਸਰ ਨੇ ਤੇ ਫਿਰ ਉਹਦੇ ਚੋਂ ਆਪਣੀ ਪ੍ਰੀ ਮੈਚਿਓਰ ਲੈ ਕੇ ਰਿਟਾਇਰਮੈਂਟ ਲੈ ਕੇ ਕਿਉਂ ਭੱਜੇ ਨੇ? ਸੱਚ ਹੁੰਦੇ ਸਾਹਮਣੇ ਕੋਰਟ 'ਚ ਖੜ੍ਹਦੇ ਤੇ ਜਾਂ ਉਹਨੂੰ ਕੋਰਟ 'ਚ ਆਪਣੇ ਵਕੀਲਾਂ ਰਾਹੀਂ ਉਹਨੂੰ ਸੁਪਰੀਮ ਕੋਰਟ ਚੈਲੰਜ ਕਰਦੇ। ਲੇਕਿਨ ਇਹ ਤਾਂ ਟੋਟਲੀ ਸਿਆਸਤ ਹੋ ਰਹੀ ਆ। ਇੱਕ IPS ਅਫਸਰ ਹੁੰਦੇ ਹੋਏ ਤੁਸੀਂ ਸਿਆਸਤਦਾਨਾਂ ਦੇ ਹੱਥਾਂ 'ਚ ਖੇਡਦੇ ਤੇ ਪੂਰੀ ਕੌਮ ਨੂੰ ਜਿਹੜੇ ਚੁੱਲ੍ਹੇ 'ਚ ਧੱਕਣ ਦੀ ਕੋਸ਼ਿਸ਼ ਕਰ ਰਹੇ ਹੋ। ਇਹ ਸਭ ਜਾਣਦੇ ਨੇ ਕਿ ਵੋਟਾਂ 2022 'ਚ ਨੇ। ਹੁਣੇ ਕੀ ਮੁੱਦਾ ਇਹ ਉੱਠਿਆ, ਪਹਿਲਾਂ ਕਿਉਂ ਨਹੀਂ ਚਲਾਨ 'ਚ ਪੇਸ਼ ਕਰਤੇ? ਤੁਸੀਂ 4 ਸਾਲ ਹੋ ਗਏ ਰੌਲਾ ਫਲਾਣਾ ਇਹਦੇ 'ਚ ਫਸ ਗਿਆ, ਫਲਾਣਾ TV 'ਚ ਤੁਸੀਂ ਡਿਬੇਟਾਂ ਦਿੰਦੇ ਹੋ, ਲੇਕਿਨ ਚਲਾਨ ਦੇ ਵਿੱਚ ਤੁਹਾਡੀ ਧੱਜੀਆਂ ਉਡਾਤੀਆਂ ਹਾਈ ਕੋਰਟ ਨੇ ਤੇ ਉਲਟਾ ਤੁਸੀਂ ਕੌਮ ਨੂੰ ਗੁੰਮਰਾਹ ਕਰ ਰਹੇ ਹਾਂ, ਸਾਰੀ ਦੁਨੀਆ ਨੂੰ। ਅਸੀਂ ਇਸ ਕਰਕੇ ਉਹਨਾਂ ਦਾ ਕਾਲੀਆਂ ਝੰਡੀਆਂ ਨਾਲ ਵਿਰੋਧ ਕਰਦੇ ਹਾਂ। ਅਸੀਂ ਜਿੰਨੇ ਵੀ ਉੱਥੇ ਬੈਠੇ ਹਾਂ ਉਹਨਾਂ ਨੂੰ ਅਸੀਂ ਇਹ ਕਹਿੰਦੇ ਹਾਂ ਵੀ ਉਹ ਕੌਮ ਦੇ ਗੱਦਾਰ ਨੇ। ਉਹਨਾਂ ਜਿਹੜੇ ਸ਼ਹੀਦ ਉੱਥੇ ਹੋਏ ਨੇ ਸਿੱਖ, ਉਹਨਾਂ ਦੀਆਂ ਲਾਸ਼ਾਂ ਤੇ ਤੁਸੀਂ ਇਹ ਸਿਆਸਤ ਕਰ ਰਹੇ ਹੋ। ਗੁਰੂ ਗ੍ਰੰਥ ਸਾਹਿਬ ਦੀ ਅਜ਼ਮਤ ਰੋਲ ਕੇ ਤੁਸੀਂ ਸਿਆਸਤ ਕਰ ਰਹੇ ਹੋ। ਇਹ ਤਾਂ ਘਟੀਆ ਗੱਲ ਕੀ ਹੋ ਸਕਦੀ ਹੈ? ਬਿਲਕੁਲ ਜੀ, ਇਨਸਾਫ ਤਾਂ ਹੋਣਾ। ਦੇਖੋ ਸਾਰੀ ਸੰਸਾਰ ਤੇ ਜੁੜਿਆ ਮੁੱਦਾ, ਇਨਸਾਫ ਲਈ ਤਾਂ ਉਡੀਕ ਕਰਦੇ ਸੀ। 4-5 ਸਾਲ ਹੋ ਗਏ ਇਨਸਾਫ ਲਈ ਸਾਰੀ ਦੁਨੀਆ ਉਡੀਕ ਕਰਦੀ ਸੀ, ਲੇਕਿਨ ਆ ਪਿਛਲੇ ਤੁਸੀਂ ਆਪੇ ਹੀ ਦੇਖ ਲਿਆ ਕਿੱਥੋਂ ਇਨਸਾਫ ਮਿਲਣਾ। ਜਦੋਂ IPS ਅਫਸਰ ਜਿਹਨੂੰ ਇਮਾਨਦਾਰੀ ਦਾ ਟੈਗ ਹੈ ਬਹੁਤ ਵੱਡਾ, ਤੇ ਉਹ ਜਾ ਕੇ ਇਹ 4 ਸਾਲ 3 ਸਾਲ ਝੂਠ ਬੋਲੀ ਜਾਂਦਾ ਫਲਾਣੇ ਇਹ ਜਾਂ ਫਲਾਣੇ ਇਹ 'ਚ, ਜਦੋਂ ਆਖਰ 'ਚ ਕੋਰਟ 'ਚ ਚਲਾਨ ਪੇਸ਼ ਕਰਦਾ 'ਚ ਨਾ ਹੀ ਹੈ ਨਹੀਂ। ਇਹ ਧੋਖਾ ਨਹੀਂ ਕੌਮ ਨਾਲ। वाहिगुरू जी का खालसा, वाहिगुरू जी की फतेह। दोस्तों, मैं आपके लिए वीडियो बड़ी ज़रूरी है। मुझे उम्मीद है कि आप दिल्ली के हालातों को समझेंगे और हमारी भावनाओं को भी समझेंगे। ये दिल्ली का गुरुद्वारा दमदमा साहब है, जहाँ पे ये आप देख रहे हैं, ये हमारे सारे वॉलंटियर्स फ्री में ऑक्सीजन प्रोवाइड कर रहे हैं उन पेशेंट्स के लिए जो हॉस्पिटलों से जिनको ऑक्सीजन नहीं मिली, जिनको बेड नहीं मिल रहा। लोगों की बड़ी उम्मीदें हैं हमसे, लोगों को बहुत सारी भावनाएं हैं। ये आप पीछे जो सब देख रहे हैं, ये सारे के सारे ऑक्सीजन के लिए यहाँ पहुँचे हुए हैं। लोग फ़ोन करते हैं इस उम्मीद से हम हॉस्पिटल दिलवा पाएंगे। हमारे अपने लोग रो रहे हैं, तड़प रहे हैं, लेकिन हम कुछ कर नहीं पा रहे। सरकारें फेल होगी, हॉस्पिटल में जगह नहीं है, लोग सड़कों पर इस तरह से ऑक्सीजन लेने को मजबूर हैं, इस तरह से गाड़ियों में ऑक्सीजन लेने को मजबूर हैं। ये आप जितनी लाइनें देख रहे हैं सारे ऑक्सीजन लेने वालों की हैं। ये गुरुद्वारा दमदमा साहब में लोगों की भावनाएं हैं कि हम उनको हॉस्पिटल में कमरा दिलवा पाएंगे। वो बड़ी उम्मीद से हमें फ़ोन करते हैं, लेकिन हम बड़े शर्मसार हैं, कुछ नहीं कर पा रहे। इस तरह से लोग इलाज कराने को मजबूर हैं। ये हालात हैं। ये गाड़ियों में इस तरह से लोग ऑक्सीजन ले रहे हैं, ये सारी गाड़ियाँ ऑक्सीजन की ले रही हैं। मैं आपको इसलिए बता रहा हूँ कि मेरे बहुत सारे दोस्त मुझे भी फ़ोन कर रहे हैं, कोई बेड के लिए कर रहा है हॉस्पिटल, लेकिन हम कुछ कर नहीं पा रहे। सबके हाथ बंद गए हैं। दिल्ली में ना कोई हॉस्पिटल है, ना कोई बेड है। हॉस्पिटल बेड छोड़िए, संस्कार करने के लिए जगह ही नहीं मिल रही। ऐसे में हम कोशिश में हैं, जिन लोगों को हॉस्पिटल में जगह नहीं मिल रही, जिनको ऑक्सीजन नहीं मिल रही, उनको यहाँ पे ऑक्सीजन के लंगर लगाए जा रहे हैं। निरंतर हम सेवा करने की कोशिश कर रहे हैं। ये सेवा हमारी इसी तरह जारी रहेगी। चाहे आज कोरोना इंसानों को मार रहा है, लेकिन हम इंसानियत को बचाने की पूरी कोशिश में लगे हुए हैं। लेकिन ये एक छोटी सी कोशिश है जिसके लिए मैं आप सबका सहयोग चाहता हूँ। मुहिम में हमारा साथ दीजिए, इंसानियत को बचाने के लिए हमारा साथ दीजिए। जिसके पास ये फ्लो मीटर है, हमें फ्लो मीटर दे। जिसके पास ये ऑक्सीजन सिलेंडर है, हमें ऑक्सीजन सिलेंडर दे। अब देखो ये देने आ रहे हैं, हम क्या बताएंगे, पर हम क्या कर पाएंगे। हम आपसे आग्रह करते हैं, वीडियो शेयर करो और हमें ज़्यादा से ज़्यादा ऑक्सीमीटर, ये फ्लो मीटर, ये ऑक्सीजन के सिलेंडर
ਬੇਅਦਬੀ ਮਾਮਲੇ ਨਾਲ ਜੁੜੇ ਕੋਟਕਪੂਰਾ ਗੋਲੀकांड ਮਾਮਲੇ ਦੀ ਜਾਂਚ ਜੋ ਸਿੱਟ ਵੱਲੋਂ ਕੀਤੀ ਗਈ ਸੀ, ਇਸ ਦੇ ਸਬੰਧ ਵਿੱਚ ਹਾਈਕੋਰਟ ਵੱਲੋਂ ਇੱਕ ਪਟੀਸ਼ਨ ਨੂੰ ਲੈ ਕੇ ਫੈਸਲਾ ਦਿੰਦੇ ਹੋਏ ਹਾਈਕੋਰਟ ਵੱਲੋਂ ਇਸ ਜਾਂਚ ਨੂੰ ਰੱਦ ਕਰਨ ਦਾ ਫੈਸਲਾ ਦਿੱਤਾ ਗਿਆ ਸੀ। ਨਾਲ ਹੀ ਕਈ ਸਖਤ ਟਿੱਪਣੀਆਂ ਕਰ ਇਸ ਮਾਮਲੇ ਵਿੱਚ ਨਵੀਂ ਸਿੱਟ ਬਣਾ 6 ਮਹੀਨੇ ਵਿੱਚ ਜਾਂਚ ਦੁਬਾਰਾ ਕਰਨ ਦੇ ਆਦੇਸ਼ ਦਿੱਤੇ ਗਏ ਹਨ। ਨਾਲ ਹੀ ਸਿੱਟ ਦੇ ਸੀਨੀਅਰ ਮੈਂਬਰ ਕੁੰਵਰ ਵਿਜੇ ਪ੍ਰਤਾਪ ਸਿੰਘ ਨੂੰ ਇਸ ਜਾਂਚ ਕਮੇਟੀ ਵਿੱਚ ਸ਼ਾਮਲ ਨਾ ਕਰਨ ਦੇ ਆਦੇਸ਼ ਦਿੱਤੇ ਗਏ। ਹਾਈਕੋਰਟ ਦੇ ਇਸ ਫੈਸਲੇ ਨੂੰ ਲੈ ਕੇ ਸਿੱਖ ਪੰਥ ਵਿੱਚ ਕਾਫੀ ਨਿਰਾਸ਼ਾ ਪਾਈ ਗਈ, ਜਿਸ ਤੋਂ ਬਾਅਦ ਸਿਆਸੀ ਗਲਿਆਰੇ ਵਿੱਚ ਕਾਫੀ ਹਲਚਲ ਪਾਈ ਗਈ ਹੈ। ਅੱਜ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ ਸਿੱਖ ਜਥੇਬੰਦੀਆਂ ਦੇ ਵੱਲੋਂ ਕੋਟਕਪੂਰਾ ਦੇ ਬੱਤੀਆਂ ਵਾਲੇ ਚੌਂਕ ਵਿੱਚ ਜਿੱਥੇ 2015 ਵਿੱਚ ਇਹ ਘਟਨਾਕ੍ਰਮ ਵਾਪਰਿਆ ਸੀ, ਉਸੇ ਜਗ੍ਹਾ ਇੱਕ ਸੰਕੇਤਕ ਰੋਸ ਧਰਨਾ ਦੇ ਕੇ ਹਾਈਕੋਰਟ ਦੇ ਫੈਸਲੇ ਦੀਆਂ ਕਾਪੀਆਂ ਸਾੜ ਕੇ ਆਪਣਾ ਰੋਸ ਜ਼ਾਹਿਰ ਕੀਤਾ ਗਿਆ। ਅੱਜ ਜਿਹੜਾ ਐਜੀਟੇਸ਼ਨ ਇਹਦਾ ਮਕਸਦ ਇੱਕੋ ਆ ਕਿ ਅਸੀਂ ਪੰਜਾਬ ਸਰਕਾਰ ਚੀਫ ਜਸਟਿਸ ਆਫ ਇੰਡੀਆ, ਚੀਫ ਜਸਟਿਸ ਹਰਿਆਣਾ ਪੰਜਾਬ ਹਾਈ ਕੋਰਟ, ਇਹਨਾਂ ਨੂੰ ਦੱਸਣਾ ਚਾਹੁੰਦੇ ਆ ਕਿ ਤੁਹਾਡੀਆਂ ਅੱਖਾਂ ਥੱਲੇ ਸਭ ਕੁਝ ਠੀਕ ਨਹੀਂ ਹੋ ਰਿਹਾ। ਸਾਡੀ ਸਿੱਖ ਕੌਮ ਨਾਲ ਗਦਾਰੀ ਹੋ ਰਹੀ ਹੈ। ਸਾਲਾਂ ਤੋਂ ਲਟਕਦੇ ਮਾਮਲੇ ਜਿਹਦੇ ਲੋਕ ਅੱਖਾਂ ਟੱਟ ਕੇ ਇੰਤਜ਼ਾਰ ਕਰ ਰਹੇ ਸੀ, ਸਾਨੂੰ ਉਹਦੇ ਲਈ ਧੂਲ ਫੱਕਣੀ ਪਈ। तो ये जोड़े जस्टिस ने ये अपनी यारियां पालते पे ने, चीफ जस्टिस साहब को पता नहीं। तो असी ये प्रोटेस्ट इस करके किया कि सानू बेशक सज़ा दो, असी सानू कोई पर असी इस मकसद लिए अपना शरीर दान करने भी तैयार हैं, पर असी ये बर्दाश्त नहीं करांगे कि तुसी चंद टक्कियां ते विकण वाले जज जिहड़े ने साडी कौम की होनी ना बेइंसाफी कर जाए। सर सीधा अटैक तुहाडा जिहड़ा भारतीय न्याय प्रणाली ते है। हाँ जी, सीधा जिहड़ा हमला तुहाडा न्याय प्रणाली ते भारतीय न्याय प्रणाली बिल्कुल। इस तो अगला कदम क्या है, क्योंकि एक संकेतक धरना जिहड़ा इस तो अगला कदम असी आवाज़ करांगे किसान मोर्चे नूं, क्योंकि सारा पंजाब जिहड़ा उत्थे बैठा होया टाइम कढ़ के ते बड़े लंबे समय तो हुण वो बड़े महत्वपूर्ण पड़ाव ते पहुँच चुका। ਉਹਦੇ ਵਿੱਚ ਅਸੀਂ ਕਿਤੇ ਵੀ ਗੁਸਤਾਖੀ ਨਹੀਂ ਕਰਨੀ ਚਾਹੁੰਦੇ, ਕੋਈ ਗਲਤੀ ਨਹੀਂ ਕਰਨੀ ਚਾਹੁੰਦੇ ਜਿਹਦੇ ਨਾਲ ਉਸ ਮੋਰਚੇ ਦੀ ਜਾਨ ਨਿਕਲੇ ਜਾਂ ਕਮਜ਼ੋਰ ਪਵੇ, ਕਿਉਂਕਿ ਇੱਥੋਂ ਉਹਨੂੰ ਸਪੋਰਟ ਦੀ ਲੋੜ ਆ, ਉੱਥੇ ਏਕਤਾ ਦੀ ਲੋੜ ਆ। ਏਕਤਾ ਦੀਆਂ ਬਰਕਤਾਂ ਤੇ ਇੱਥੋਂ ਪੰਜਾਬ 'ਚ ਉਹਨੂੰ ਸਪੋਰਟ ਮਿਲੂਗੀ ਤੇ ਬਹੁਤ ਜਲਦੀ ਹੱਲ ਹੋਣ ਦੀ ਆਸ ਹੈ ਸਾਨੂੰ। ਜਦੋਂ ਉਹ ਹੱਲ ਹੋਇਆ ਉਦੋਂ ਅਸੀਂ ਇਹ ਜਿਹੜੇ ਸਾਡੇ ਧਰਮ ਦੇ ਮਾਮਲੇ ਨੇ ਉਹਨਾਂ ਨੂੰ ਅਸੀਂ ਪਹਿਲ ਦੇ ਆਧਾਰ ਤੇ ਉਹਨਾਂ ਨਾਲ ਨਿਪਟਾਂਗੇ। ਸਰ ਬੇਅਦਬੀ ਮਾਮਲਿਆਂ ਨੂੰ ਲੈ ਕੇ ਭਾਈ ਧਿਆਨ ਸਿੰਘ ਮੰਡ ਵੱਲੋਂ ਜਿਹੜਾ ਬਰਗਾੜੀ ਵਿੱਚ ਧਰਨਾ ਦਿੱਤਾ ਗਿਆ, ਮੋਰਚਾ ਲਗਾਇਆ ਗਿਆ ਸੀ, 6 ਮਹੀਨੇ ਦੇ ਕਰੀਬ ਜਿਹੜਾ ਮੋਰਚਾ ਚੱਲਿਆ, ਪਰ ਜੇ ਗੱਲ ਕਰੀਏ ਤਾਂ ਸਰਕਾਰ ਵੱਲੋਂ ਵਾਅਦਾ ਕਰਨ ਤੋਂ ਬਾਵਜੂਦ ਵੀ ਜਿਹੜਾ ਕੋਈ ਇਨਸਾਫ ਮਿਲਿਆ ਨਹੀਂ। ਇਹ ਧਿਆਨ ਸਿੰਘ ਮੰਡ ਦੱਸ ਸਕਦੇ ਜੀ, ਮੈਂ ਨਹੀਂ ਉਸੇ ਤਰ੍ਹਾਂ ਤੇ ਦੁਬਾਰਾ ਜਿਹੜਾ ਮੋਰਚਾ ਕੀਤਾ ਜਾ ਸਕਦਾ, ਧਰਨਾ ਲਾ ਕੇ ਥੋੜੇ ਬੈਠੇ ਮੰਡਦੀ ਤਾਂ ਕੋਈ ਮੋਰਚਾ ਸ਼ੁਰੂ ਕੀਤਾ ਜਾ ਸਕਦਾ ਉਸੇ ਤਰ੍ਹਾਂ। ਭਾਈ ਸਾਹਿਬ ਜਿਹੜਾ ਕੋਰਟ 'ਚ ਫੈਸਲਾ ਆਇਆ, ਤੁਹਾਨੂੰ ਕੀ ਲੱਗਦਾ ਵੀ ਇਹ ਮਿਲੀ ਜੁਲੀ ਭੁਗਤ? ਕਿਹੜੀ ਜੀ? ਜਿਹੜਾ ਕੋਰਟ ਨੇ ਫੈਸਲਾ ਦਿੱਤਾ, ਮਿਲੀ ਜੁਲੀ ਭੁਗਤ ਹੱਦ ਹੋ ਗਈ ਆ। ਇੱਕ ਚੁਟਾਲਾ ਸਰਕਾਰ ਦੇ ਵਿੱਚ ਐਡਵੋਕੇਟ ਜਨਰਲ, ਦੂਜਾ ਡਿਪਟੀ ਐਡਵੋਕੇਟ ਜਨਰਲ, ਉਹ ਦੋਵੇਂ ਅੱਜ ਜੱਜ ਤੇ ਵਕੀਲ ਨੇ। ਇੱਕ ਵਕੀਲ ਬਣ ਕੇ ਸਰਸਰ ਕਰ ਰਿਹਾ, ਜਿਹੜਾ ਕੱਲ ਉਹਨੂੰ ਸਰਸਰ ਕਰਦਾ ਸੀ, ਇੱਕ ਉਹਨੂੰ ਫੈਸਲਾ ਦੇ ਰਿਹਾ, ਤੇ ਫੈਸਲਾ ਲੈਣ ਲਈ ਕੋਈ ਅਜਨਬੀ ਭੇਜਿਆ ਜਾ ਰਿਹਾ। ਪੁਲਿਸ ਅਫਸਰ ਬਾਦਲ ਆਪ ਨਹੀਂ ਜਾ ਰਹੇ, ਜਿਹੜਾ ਅਜਨਬੀ ਭੇਜਿਆ ਜਾ ਰਿਹਾ ਉਹਦੇ ਤੇ ਇੱਕ ਲਾਈਨ ਨਹੀਂ ਲਿਖੀ, ਪਰ ਜਿਹਦਾ ਨਾਂ ਨਹੀਂ, ਜਿਹਨੇ ਪ੍ਰੇਅਰ ਨਹੀਂ ਕੀਤੀ, ਜਿਹਨੇ ਕੋਈ ਬੇਨਤੀ ਨਹੀਂ ਕੀਤੀ, ਉਹਨੂੰ ਕਲੀਨ ਚਿੱਟ ਤੇ ਲਾਂਤਾਂ ਪਈਆਂ ਇਨਵੈਸਟੀਗੇਸ਼ਨ ਅਫਸਰ। ਇਹ ਬੜਾ ਨਜਾਇਜ਼ ਤੇ ਗਲਤ ਫੈਸਲਾ ਸੀ। ਕਈ ਪੋਲੀਟੀਕਲ ਆਗੂ ਵੀ ਜਿਹੜਾ ਫੈਸਲਾ ਹਾਈ ਕੋਰਟ ਨਹੀਂ ਦੇ ਸਕਦਾ ਹੈ, ਕਿਉਂਕਿ ਹਾਈ ਕੋਰਟ ਦੇ ਵਿੱਚ ਇਹ ਅਪੀਲ ਨਹੀਂ ਸੀ, ਇਹ ਰਿਵੀਜ਼ਨ ਪਟੀਸ਼ਨ ਨਹੀਂ ਸੀ, ਇਹ ਸੀ ਸਿਵਲ ਰਿਟ ਪਟੀਸ਼ਨ। ਸਿਵਲ ਰਿਟ ਪਟੀਸ਼ਨ ਦੇ ਵਿੱਚ ਕਲੀਨ ਚਿੱਟ ਨਹੀਂ ਦੇ ਸਕਦਾ ਕੋਈ ਵੀ ਜੱਜ, ਜਿਹੜਾ ਇਨਵੈਸਟੀਗੇਸ਼ਨ ਨਹੀਂ ਉਹਨੂੰ ਪ੍ਰਭਾਵਿਤ ਨਹੀਂ ਕਰ ਸਕਦਾ, ਜ਼ਿਆਦਾ ਉਹਨੂੰ ਕੋਈ ਰਿਲੀਫ ਦੇ ਸਕਦਾ ਜਿਹੜਾ ਉਹਦੇ ਲਈ ਫਸਿਆ ਹੋਵੇ, ਜਿਹੜਾ ਮੁਲਜ਼ਮ ਆ, ਜਿਹਨੇ ਕੋਈ ਜੇ ਕਹੇ ਮੈਨੂੰ ਅਰੈਸਟ ਕਰਨ ਵਾਲੇ ਤੇ ਉਹ ਕਹਿ ਸਕਦਾ ਇਹਨੂੰ ਮੇਰਾ ਪੁੱਛੋ ਤੋਂ ਬਿਨਾਂ ਅਰੈਸਟ। ਸਰ ਕਈ ਪੋਲੀਟੀਕਲ ਆਗੂ ਵੀ ਅੱਜ ਜਿਹੜੇ ਸ਼ਾਮਲ ਹੋਏ ਨੇ, ਸਾਰੇ ਪੋਲੀਟੀਕਲ ਨੇ ਜੀ, ਸਾਰੇ ਪੋਲੀਟੀਕਲ ਨੇ। ਕਈ ਅਸੀਂ ਗੱਲ ਕੀਤੀ, ਕਈ ਪੋਲੀਟੀਕਲ ਆਗੂ ਜਿਹੜੇ ਸ਼ਾਮਲ ਹੋਏ, ਅੱਗੇ ਜਾ ਕੇ ਰਾਜਨੀਤੀ ਔਰ ਧਰਮ ਦੇ ਨਾਲ ਰਲ ਕੇ ਸਾਂਝੇ ਤੌਰ ਤੇ ਅਸੀਂ ਐਜ ਸਿੱਖ, ਕਿਸੇ ਵੀ ਪਾਰਟੀ 'ਚ ਕੋਈ ਸਿੱਖ ਆ, ਅਸੀਂ ਉਹਨੂੰ ਅਪੀਲ ਕਰਦੇ ਹਾਂ ਕਿ ਉਹ ਸਾਡਾ ਸਾਥ ਦੇਵੇ, ਪੰਥਕ ਅਕਾਲੀ ਲਹਿਰ ਦੇ ਨਾਲ ਖੜੇ, ਤਾਂ ਕਿ ਅਸੀਂ ਬਾਦਲ ਨੂੰ ਇਸ ਪੰਥਕ ਫੀਲਡ ਦੇ ਵਿੱਚੋਂ ਬਾਹਰ ਕਰ ਸਕੀਏ। 302 ਵਰਗੇ ਸੰਗੀਨ ਕਤਲ ਦੇ ਮਾਮਲਿਆਂ ਵਿੱਚ ਜਿੰਨੇ ਪੁਲਿਸ ਵਾਲੇ ਸੀਗੇ, ਚਰਨਜੀਤ ਸ਼ਰਮਾ ਸਮੇਤ ਜਿੰਨੇ ਥਾਣੇਦਾਰ, ਜਿੰਨੇ ਕੋਈ ਇੰਸਪੈਕਟਰ, DIG ਨਾਮਜ਼ਦ ਸੀਗੇ, ਚਾਹੇ ਉਹ ਬਾਈਬਲ ਕਲਾਂ ਦੇ ਕਤਲ ਨੇ ਤੇ ਚਾਹੇ ਉਹ 307 ਦਾ ਅਜੀਤ ਸਿੰਘ ਦੇ ਗੋਲੀ ਲੱਗਣ ਦਾ ਮਾਮਲਾ ਹੈ ਇਸੇ ਕੋਟਕਪੂਰੇ ਚੌਂਕ 'ਚ, ਸਾਰਿਆਂ ਦੀਆਂ ਅਗਾਊਂ ਜ਼ਮਾਨਤਾਂ ਹੋ ਚੁੱਕੀਆਂ ਨੇ, ਅਨਹਰਡ ਆਫ। ਇਸ ਕਰਕੇ
ਇਹ ਜਿਹੜਾ ਬੜਾ ਅਨਿਆਏ ਹੋਇਆ ਵਾ। ਔਰ ਇਹ ਜਿਹੜੀ ਜੱਜਮੈਂਟ ਆਈ ਆ, ਇਹ ਜੱਜ ਸਾਹਿਬ ਤਾਂ ਇਹ ਕਹਿੰਦੇ ਨੇ ਕਿ ਫਲਾਣੇ ਅਫਸਰ ਨੇ ਸਿਆਸਤ ਤੋਂ ਪ੍ਰੇਰਿਤ ਕੀਤੀ ਆ। ਸਾਡਾ ਮੰਨਣਾ ਕਿ ਕੁੱਲ ਮਿਲਾ ਕੇ ਜੱਜਮੈਂਟ ਹੀ ਸਿਆਸਤ ਤੋਂ ਪ੍ਰੇਰਿਤ ਹੈ, ਕਿਉਂਕਿ ਜਿਹੜੇ ਕੰਮ ਜਿਹੜੇ ਅਧਿਕਾਰ ਹਾਈ ਕੋਰਟ ਨੇ ਆਪਣੇ ਕੋਲ ਲੈ ਲਏ ਉਹ ਤਾਂ ਫਰੀਦਕੋਟ ਦੇ ਟ੍ਰਾਇਲ ਕੋਰਟ ਦਾ ਕੰਮ ਸੀਗਾ। ਫਰੀਦਕੋਟ ਦੇ ਟ੍ਰਾਇਲ ਕੋਰਟ ਵਿੱਚ SIT ਨੇ 9 ਚਲਾਨ ਪੇਸ਼ ਕੀਤੇ ਸੀਗੇ। ਇਹ ਟ੍ਰਾਇਲ ਕੋਰਟ ਨੇ ਦੇਖਣਾ ਸੀਗਾ ਕਿ ਇਹਨਾਂ ਚਲਾਨਾਂ ਵਿੱਚ ਕੋਈ ਉਨਤਾਈ ਹੈ, ਕਿਸੇ ਗੁਨਾਹਗਾਰ ਨੂੰ ਜਿਹੜਾ ਹੈ ਕਿਸੇ ਨੂੰ ਬਖਸ਼ਿਆ ਤਾਂ ਨਹੀਂ ਜਾ ਰਿਹਾ, ਕਿਸੇ ਬੇਗੁਨਾਹ ਨੂੰ ਫਸਾਇਆ ਤਾਂ ਨਹੀਂ ਜਾ ਰਿਹਾ, ਵਿਟਨੈਸ ਅਕਾਊਂਟ ਕੀ ਹੈਗਾ ਵਾ, ਫੈਕਟ ਫਾਈਂਡਿੰਗ ਕੀ ਆ। ਇਹ ਪਹਿਲੀ ਵਾਰ ਦੇਖਿਆ ਕਿ ਹਾਈ ਕੋਰਟ ਨੇ ਟ੍ਰਾਇਲ ਕੋਰਟ ਦਾ ਰੋਲ ਜਿਹੜਾ ਸੀਗਾ ਉਹ ਹਾਈਜੈਕ ਕਰ ਲਿਆ। ਔਰ ਆਰਟੀਕਲ 226 ਹੈ ਨਾ ਕਨਸਟੀਟਿਊਸ਼ਨ ਦਾ, ਜਿਹਦੇ ਤਹਿਤ ਇਹ ਜਿਹੜੇ ਮੁਜਰਮ ਸੀਗੇ ਜਿਨ੍ਹਾਂ ਨੇ ਇਹ ਰਿਟ ਪਟੀਸ਼ਨ ਕੀਤੀ ਸੀ ਹਾਈ ਕੋਰਟ 'ਚ, ਆਰਟੀਕਲ 226 ਇੱਕ ਮਿੰਟ ਜੀ, ਆਰਟੀਕਲ 226 ਦੇ ਤਹਿਤ ਫੈਕਟ ਫਾਈਂਡਿੰਗ ਜਾਣਾ, ਛੋਟੇ ਜਿਹੜੇ ਮੁੱਦੇ ਨੇ ਉਹ ਟ੍ਰਾਇਲ ਕੋਰਟ ਦੇ ਜਿਹੜੇ ਅਖਤਿਆਰ ਅਧੀਨ ਹੈ, ਇਹ ਉਹਨਾਂ ਦਾ ਰੋਲ ਹੀ ਨਹੀਂ ਸੀਗਾ। ਇਸ ਕਰਕੇ ਸਾਨੂੰ ਇਹ ਲੱਗਦਾ ਵਾ ਕਿ ਇਹਦੇ ਪਿੱਛੇ ਕੋਈ ਬਹੁਤ ਵੱਡੀ ਸਾਜ਼ਿਸ਼ ਹੈ। ਔਰ ਜਿਨ੍ਹਾਂ ਲੋਕਾਂ ਨੇ ਕੋਈ ਅਰਜ਼ੀ ਨਹੀਂ ਦਿੱਤੀ, ਬਾਦਲ ਵਰਗਿਆਂ ਨੇ, ਬਾਦਲ ਦੇ ਪਰਿਵਾਰ ਨੇ, ਜਿਨ੍ਹਾਂ ਨੇ ਕੋਈ ਪਲੀਡਿੰਗ ਹੀ ਨਹੀਂ ਕੀਤੀ, ਜਿਨ੍ਹਾਂ ਨੇ ਕੋਈ ਪ੍ਰੇਅਰ ਹੀ ਨਹੀਂ ਕੀਤੀ, ਉਹਨਾਂ ਨੂੰ ਕਲੀਨ ਚਿੱਟ ਦਾ ਦੇਣ ਦਾ ਮਕਸਦ ਹੀ ਕੋਈ ਨਹੀਂ ਸੀਗਾ। ਇਸ ਕਰਕੇ ਇਹ ਜਿਹੜਾ ਅੱਜ ਦਾ ਰੋਸ ਪ੍ਰਦਰਸ਼ਨ ਹੈ, ਇਹ ਇੱਕ ਸਿਸਟਮ ਦੇ ਖਿਲਾਫ ਰੋਸ ਪ੍ਰਦਰਸ਼ਨ ਹੈ। ਜਿੱਦਾਂ 37 ਸਾਲ ਹੋ ਗਏ ਨੇ ਸਿੱਖ ਕਤਲੇਆਮ ਨੂੰ ਇਨਸਾਫ ਨਹੀਂ ਮਿਲਿਆ ਦਿੱਲੀ ਦੇ, ਐਨ ਉਸੇ ਤਰਜ਼ ਦੇ ਉੱਤੇ 6 ਸਾਲ ਤੋਂ ਇਹ ਮਾਮਲਾ ਘੜੀਸਿਆ ਜਾ ਰਿਹਾ, ਕਦੀ ਕਿਸੇ ਕਚਹਿਰੀ 'ਚ, ਕਦੀ ਕਿਸੇ SIT 'ਚ, ਕਦੀ ਕਿਸੇ ਕੋਰਟ 'ਚ। ਇਸ ਕਰਕੇ ਅੱਜ ਦਾ ਰੋਸ ਪ੍ਰਦਰਸ਼ਨ ਇੱਕ ਸਿੰਬੋਲਿਕ ਪ੍ਰੋਟੈਸਟ ਹੈ। ਅਸੀਂ ਕੋਵਿਡ ਦੇ ਮੱਦੇਨਜ਼ਰ ਰੱਖਦੇ ਨਹੀਂ ਚਾਹੁੰਦੇ ਸੀਗੇ ਕਿ ਬਹੁਤ ਵੱਡੇ ਇਕੱਠ ਹੋਣ, ਲੋਕਾਂ ਦੀਆਂ ਜਾਨਾਂ ਖਤਰੇ 'ਚ ਨੇ। ਇੱਕ ਪਾਸੇ ਕਿਸਾਨਾਂ ਦਾ ਅੰਦੋਲਨ ਚੱਲ ਰਿਹਾ, ਅਸੀਂ ਨਹੀਂ ਚਾਹੁੰਦੇ ਕਿ ਕਿਸਾਨਾਂ ਦੇ ਅੰਦੋਲਨ ਕੋਈ ਇੱਕ ਪੈਰਲਲ ਐਜੀਟੇਸ਼ਨ ਪੰਜਾਬ ਚਲਾਉਣ, ਪਰ ਇਸ ਮਸਲੇ ਨੂੰ ਜਾਣ ਵੀ ਦਿੱਤਾ ਨਹੀਂ ਜਾਇਆ ਜਾ ਸਕਦਾ ਸੀਗਾ। ਇਸ ਕਰਕੇ ਭਾਈ ਰਣਜੀਤ ਸਿੰਘ ਦੀ ਅਗਵਾਈ ਵਿੱਚ, ਜਿਹੜੇ ਕਿ ਇੱਕ ਧਾਰਮਿਕ ਆਗੂ ਨੇ ਪੰਜਾਬ ਦੇ, ਜਿਨ੍ਹਾਂ ਨੇ ਕੁਰਬਾਨੀ ਦਿੱਤੀ ਆ, ਉਹਨਾਂ ਦੀ ਅਗਵਾਈ ਵਿੱਚ ਅੱਜ ਇਸ ਜੱਜਮੈਂਟ ਦੀਆਂ ਕਾਪੀਆਂ ਸਾੜਨ ਦਾ ਜਿਹੜਾ ਐਲਾਨ ਆ, ਉਸ ਨੂੰ ਅੰਜਾਮ ਦੇਣ ਵਾਸਤੇ ਅਸੀਂ ਇਸ ਚੌਂਕ ਵਿੱਚ ਪਹੁੰਚੇ। ਸਵਾਲ ਖੜਾ ਕੀਤਾ ਤੁਸੀਂ ਹਾਈ ਕੋਰਟ ਦੇ ਫੈਸਲੇ ਤੇ, ਕਿਤੇ ਨਾ ਕਿਤੇ ਲੱਗਦਾ ਨਹੀਂ ਕਿ ਤੁਹਾਨੂੰ ਕਿ ਤੁਸੀਂ ਭਾਰਤੀ ਨਿਆਂ ਪ੍ਰਣਾਲੀ ਤੇ ਜਿਹੜਾ ਬੇਵਿਸ਼ਵਾਸੀ ਪ੍ਰਗਟ ਕਰ ਰਹੇ ਹੋ? ਦੇਖੋ, ਗੱਲ ਇਹ ਆ ਕਿ ਲੋਕਤੰਤਰ ਵਿੱਚ ਲੋਕਾਂ ਦੇ ਜਜ਼ਬਾਤਾਂ ਦੀ ਬੇਕਦਰੀ ਆ ਨਾ, ਉਹ ਵੀ ਬਹੁਤ ਵੱਡਾ ਇਸ਼ੂ ਆ। ਅੱਜ ਕਰੋੜਾਂ ਗੁਰੂ ਨਾਨਕ ਨਾਮ ਲੇਵਾ ਦੁਨੀਆ ਭਰ ਵਿੱਚ ਬੈਠੇ ਇਸ ਗੱਲ ਦਾ ਰੰਜ ਤੇ ਅਫਸੋਸ ਕਰ ਰਹੇ ਨੇ ਕਿ ਜਿਹੜਾ ਨਿਆਂ ਮਿਲਣ ਦੀ ਕੋਈ ਮਾੜੀ ਜਿਹੀ ਉਮੀਦ ਦੀ ਕਿਰਨ ਜਾਗੀ ਸੀ, ਉਹ ਸਾਰੀ ਢਹਿ ਢੇਰੀ ਕਰ ਦਿੱਤੀ ਗਈ। ਇਸ ਕਰਕੇ ਨਿਆਂ ਪ੍ਰਣਾਲੀ ਆਪਣੀ ਜਗ੍ਹਾ ਦੇ ਉੱਤੇ ਆ। ਨਿਆਂ ਪ੍ਰਣਾਲੀ ਦਾ ਕੰਮ ਸੀਗਾ ਨੈਚੁਰਲ ਜਸਟਿਸ ਦੇਣਾ, ਇਨਸਾਫ ਦੇਣਾ, ਬਾਦਲ ਵਰਗੇ ਗੁਨਾਹਗਾਰਾਂ ਨੂੰ ਬਚਾਉਣਾ। ਇਹ ਨਿਆਂ ਪ੍ਰਣਾਲੀ ਦਾ ਕੰਮ ਨਹੀਂ ਸੀਗਾ। ਔਰ ਗੁਰਦੀਪ ਸਿੰਘ ਤੇ ਰਿਸ਼ਪਾਲ ਸਿੰਘ, ਇੱਕ ਹੌਲਦਾਰ, ਇੱਕ ਇੰਸਪੈਕਟਰ, ਜਿਹੜੇ ਰਿਟ ਕਰਦੇ ਨੇ ਔਰ ਜਿਹੜੇ ਵਕੀਲ ਕਰ ਰਹੇ ਨੇ, ਇੱਕ ਦਿਨ ਦੀ ਇੱਕ ਵਕੀਲ ਦੀ ਪੇਸ਼ੀ ਦੀ ਕੀਮਤ 10-10 ਲੱਖ ਰੁਪਈਆ ਸੀ। ਕੀ ਇੱਕ ਹੌਲਦਾਰ, ਇੱਕ ਥਾਣੇਦਾਰ 10 ਲੱਖ ਰੁਪਈਆ ਇੱਕ ਫੀਸ ਇੱਕ ਵਕੀਲ ਨੂੰ ਇੱਕ ਦਿਨ ਦਾ ਦੇ ਸਕਦਾ? ਕਰੋੜਾਂ ਰੁਪਏ ਦੀ ਫੀਸ ਦੀ ਅਦਾਇਗੀ ਇਹ ਵੀ ਦੱਸਦੀ ਆ ਕਿ ਇਸ ਰਿਟਾਂ ਦੇ ਪਿੱਛੇ, ਇਸ ਕਾਨੂੰਨੀ ਲੜਾਈ ਦੇ ਪਿੱਛੇ ਬਾਦਲ ਵਰਗੇ ਤਾਕਤਵਰ ਲੋਕ, ਸੁਮੇਧ ਸਿੰਘ ਸੈਣੀ ਵਰਗੇ ਗੁਨਾਹਗਾਰ ਲੋਕ, ਜਿਨ੍ਹਾਂ ਨੇ ਝੂਠੇ ਪੁਲਿਸ ਮੁਕਾਬਲਿਆਂ ਵਿੱਚ ਲੋਕਾਂ ਨੂੰ ਮਾਰਿਆ, ਇਹ ਸਾਰਾ ਇੱਕ ਬਹੁਤ ਵੱਡਾ ਜਿਹਨੂੰ ਕਹਿੰਦੇ ਆ ਕਿ ਪਲਾਨ ਸੀ ਜਿਹੜਾ ਐਗਜ਼ੀਕਿਊਟ ਕੀਤਾ ਗਿਆ। ਇਸ ਕਰਕੇ ਠੀਕ ਹੈ ਕਿ ਅਨਿਆਏ ਹੁੰਦਾ ਰਿਹਾ ਵਾ, ਪਹਿਲਾਂ ਵੀ ਹੁੰਦਾ ਰਿਹਾ, ਗਾਂ ਵੀ ਹੋਵੇਗਾ, ਪਰ ਅਨਿਆਏ ਦੇ ਖਿਲਾਫ ਲੜਨਾ ਜਿਹੜਾ ਡੈਮੋਕ੍ਰੈਟਿਕ ਤਰੀਕੇ ਨਾਲ, ਸ਼ਾਂਤਮਈ ਢੰਗ ਨਾਲ ਸਾਡਾ ਇੱਕ ਮਾਮਲੇ ਵਿੱਚ ਜਿਹੜੀ ਜਾਂਚ ਵੱਲੋਂ ਜਿਹੜੇ ਮੁਲਜ਼ਮ ਬਣਾਏ ਗਏ ਸੀ, ਜਿਹੜੇ ਆਰੋਪੀ ਬਣਾਏ ਗਏ ਸੀਗੇ, ਕੱਲ ਫਰੀਦਕੋਟ ਦੀ ਅਦਾਲਤ ਵੱਲੋਂ ਵੀ ਜਿਹੜਾ ਫੈਸਲਾ ਉਸ ਜਿਹੜੇ ਟ੍ਰਾਇਲ ਨੂੰ ਰੋਕ ਦਿੱਤਾ ਗਿਆ, ਫਿਲਹਾਲ ਰੋਕ ਦਿੱਤਾ, ਕਿਉਂਕਿ ਤਰਕ ਇਹੀ ਦਿੱਤਾ ਗਿਆ ਸੀ ਕਿ ਜਦੋਂ SIT ਦੀ ਜਾਂਚ ਹੀ ਰੱਦ ਹੋ ਗਈ ਤਾਂ ਫਿਰ ਆਰੋਪੀ ਵੀ ਨਹੀਂ ਬਣਾਏ ਜਾ ਸਕਦੇ। ਇਸੇ ਕਰਕੇ ਤਾਂ ਇਸ ਫੈਸਲੇ ਨੂੰ ਪ੍ਰੋਟੈਸਟ ਕਰਨ ਆਏ ਆ ਕਿ ਘੱਟੋ ਘੱਟ ਜਿਹੜਾ 13 ਮਈ ਨੂੰ ਫੈਸਲਾ ਆਉਣ ਵਾਲਾ, ਰੱਬ ਦਾ ਵਾਸਤਾ ਵਾ, ਉੱਥੇ ਜੱਜ ਸਾਹਿਬ ਜਿਹੜੇ ਵੀ ਬੈਠੇ ਨੇ, ਕਿ ਕਿਰਪਾ ਕਰਕੇ ਲੋਕਾਂ ਦੇ ਜਜ਼ਬਾਤ ਵੀ ਪਹਿਚਾਨੋ, ਲੋਕਾਂ ਦੀਆਂ ਜੋ ਭਾਵਨਾਵਾਂ ਉਹਨੂੰ ਦੇਖੋ। ਅਕਸਰ 2 ਬੱਚੇ ਮਰੇ ਨੇ, ਉਹ ਕਿਸੇ ਦੇ ਬੱਚੇ ਨੇ ਬਾਈਬਲ ਕਲਾਂ ਦੇ ਵਿੱਚ। ਅਜੀਤ ਸਿੰਘ ਦੇ ਚੂਲੇ ਵਿੱਚ ਗੋਲੀ ਵੱਜੀ ਆ। ਜੇ ਅਕਾਲੀ ਦਲ ਦੀ ਸਰਕਾਰ ਵਾਕਈ ਪੰਥਕ ਤੇ ਜੈਨੂਅਨ ਸੀ ਤੇ ਉਹਨਾਂ ਨੂੰ 2015 ਵਿੱਚ 307 ਦਾ ਮੁਕੱਦਮਾ ਦਰਜ ਕਰਕੇ ਪੁਲਿਸ ਵਾਲਿਆਂ ਦੇ ਖਿਲਾਫ ਐਕਸ਼ਨ ਲੈਣਾ ਚਾਹੀਦਾ ਸੀ। ਪਰ 2015 'ਚ ਇਸੇ ਅਖੌਤੀ ਪੰਥਕ ਸਰਕਾਰ ਨੇ ਜਿਹੜਾ FIR ਦਰਜ ਕੀਤੀ, ਉਹ ਪਬਲਿਕ ਦੇ ਖਿਲਾਫ ਦਰਜ ਕੀਤੀ। ਇਸ ਕਰਕੇ ਜਿਹੜੇ ਅਕਾਲੀ ਨੇ ਉਹ ਗੁਨਾਹਗਾਰ ਨੇ। ਔਰ ਮੈਨੂੰ ਦੁੱਖ ਹੈ ਕਿ SGPC ਅੱਜ ਮੂਕ ਦਰਸ਼ਕ ਬਣ ਕੇ ਬੈਠੀ ਆ। ਅਕਾਲ ਤਖਤ ਦਾ ਜਥੇਦਾਰ, ਜਿਨ੍ਹਾਂ ਦੀ ਇਹ ਲੜਾਈ ਸੀਗੀ, ਸਾਡੀ ਲੜਾਈ ਨਹੀਂ ਗੀ ਇਹ ਪੰਥ ਦੇ, ਅਗਰ ਵਾਕਈ ਅਕਾਲੀ ਕਹਿੰਦੇ ਨੇ ਕਿ ਅਸੀਂ ਪੰਥਕ ਪਾਰਟੀ ਆ, ਤੇ ਪੰਥ ਦੀ ਲੜਾਈ ਸੀਗੀ। ਲੇਕਿਨ ਕਿਉਂਕਿ ਬਾਦਲ
ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਜਿੱਥੇ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾਂ ਪ੍ਰਕਾਸ਼ ਪੁਰਬ ਨੂੰ ਸਮਰਪਿਤ ਅਲੱਗ-ਅਲੱਗ ਪ੍ਰੋਗਰਾਮ ਉਲੀਕੇ ਗਏ ਹਨ, ਉੱਥੇ ਹੀ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚੋਂ ਇੱਕ ਅਲੌਕਿਕ ਨਗਰ ਕੀਰਤਨ ਵੀ ਕੱਢਿਆ ਗਿਆ। ਉੱਥੇ ਇਸ ਨਗਰ ਕੀਰਤਨ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਸ਼ਰਧਾਲੂਆਂ ਦੇ ਵੱਲੋਂ ਸ਼ਿਰਕਤ ਕੀਤੀ ਗਈ। ਹਿੰਦ ਦੀ ਚਾਦਰ ਸ੍ਰੀ ਗੁਰੂ ਤੇਗ ਬਹਾਦਰ ਜੀ ਦਾ 400 ਸਾਲਾ ਪ੍ਰਕਾਸ਼ ਪੁਰਬ ਅੰਮ੍ਰਿਤਸਰ ਵਿੱਚ ਗੁਰੂ ਕੇ ਮਹਿਲ ਵਿੱਚ ਮਨਾਇਆ ਜਾ ਰਿਹਾ ਹੈ, ਜਿਸ ਤੋਂ ਪਹਿਲਾਂ ਅੱਜ ਸੱਚਖੰਡ ਸ੍ਰੀ ਦਰਬਾਰ ਸਾਹਿਬ ਵਿੱਚ ਇੱਕ ਅਲੌਕਿਕ ਨਗਰ ਕੀਰਤਨ ਪੰਜ ਪਿਆਰਿਆਂ ਦੀ ਅਗਵਾਈ ਵਿੱਚ ਕੱਢਿਆ ਗਿਆ। ਪ੍ਰਕਾਸ਼ ਗੁਰਪੁਰਬ ਸ਼ਤਾਬਦੀ ਦੇ ਸਮਾਗਮ ਜੋ ਕੱਲ 29 ਤਰੀਕ ਤੋਂ ਪ੍ਰਾਰੰਭ ਹੋਏ ਨੇ, ਅੱਜ ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਨਗਰ ਕੀਰਤਨ ਦੀ ਪ੍ਰਾਰੰਭਤਾ ਕੀਤੀ ਗਈ ਹੈ, ਜੋ ਵੱਖ-ਵੱਖ ਬਾਜ਼ਾਰਾਂ ਵਿੱਚੋਂ ਹੁੰਦਾ ਹੋਇਆ ਸ਼ਾਮ ਨੂੰ ਗੁਰਦੁਆਰਾ ਗੁਰੂ ਕੇ ਮਹਿਲ ਸਾਹਿਬ ਜੀ ਵਿਖੇ ਜਾ ਕੇ ਸੰਪੰਨ ਹੋਵੇਗਾ। ਸਤਿਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਮੁੱਚੀ ਲੋਕਾਈ ਦੇ ਪਰਦੇ ਢੱਕੇ ਧਰਮ ਦੀ ਰੱਖਿਆ ਕੀਤੀ। ਬੇਅੰਤ ਸਤਿਗੁਰਾਂ ਨੇ ਸਾਡੇ ਤੇ ਭਾਰੇ ਉਪਕਾਰ ਕੀਤੇ ਔਰ ਸਤਿਗੁਰਾਂ ਦਾ 400 ਸਾਲਾ ਪ੍ਰਕਾਸ਼ ਗੁਰਪੁਰਬ ਸਮੁੱਚੀ ਲੋਕਾਈ ਬੜੀ ਭਾਵਨਾ ਦੇ ਸਹਿਤ ਮਨਾ ਰਹੀ ਹੈ। ਸਮੁੱਚੀ ਲੋਕਾਈ ਨੂੰ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਵੱਲੋਂ ਬੇਅੰਤ ਵਧਾਈਆਂ। ਵਾਹਿਗੁਰੂ ਜੀ ਕਾ ਖਾਲਸਾ।